ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਡੇ ਭਰਾਤਾ ਜੀ ਉਸ ਵੇਲੇ ਦਿੱਲੀ ਦੀ ਗੋਦ ਵਿੱਚ ਬਹਿ ਗਏ। ਭਾਵ ਔਰੰਗੇ ਦੇ ਉਹ ਸਮਰਪਿਤ ਹੋ ਗਏ। ਔਰੰਗਜ਼ੇਬ ਬਾਦਸ਼ਾਹ ਨੇ ਬਹੁਤ ਆਪਣਾ ਪ੍ਰਭਾਵ ਪਾ ਲਿਆ। ਪਹਿਲਾਂ ਬਾਬਾ ਰਾਮ ਰਾਏ ਜੀ ਨੇ ਆਪਣਾ ਪ੍ਰਭਾਵ ਪਾਇਆ ਸੀ ਔਰੰਗਜ਼ੇਬ ਬਾਦਸ਼ਾਹ ਦੇ ਉੱਤੇ। ਹੁਣ ਪੂਰਾ ਸਿਕੰਜਾ ਉਸ ਮਾਹੌਲ ਦਾ ਜਿਹੜਾ ਵਾ ਉਹ ਬਾਬੇ ਰਾਮ ਰਾਏ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰ ਰਿਹਾ ਸੀ। ਪਰ ਸਾਡੀਆਂ ਕੁਝ ਕੁ ਇਤਿਹਾਸਕ ਪੋਥੀਆਂ, ਸਾਡੇ ਕੁਛ ਕੁ ਇਤਿਹਾਸਕ ਗ੍ਰੰਥ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਬਾਬਾ ਰਾਮ ਰਾਏ ਜੀ ਇੰਨੇ ਬੁਰੇ ਨਹੀਂ ਸੀ। ਆਖਰ ਨੂੰ ਗੁਰੂ ਪੁੱਤਰ ਸਨ। ਜਿਹੜੀ ਉਹਨਾਂ ਨੇ ਗੁਸਤਾਖੀ ਕੀਤੀ, ਇਹ ਗੱਲ ਠੀਕ ਆ ਕਿ ਉਹਨਾਂ ਨੇ ਗਲਤੀ ਕੀਤੀ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਹੁਕਮ ਤੋਂ ਬਾਹਰ ਜਾ ਕੇ ਵਕਤੀ ਪ੍ਰਭਾਵ ਕਹਿ ਸਕਦੇ ਹਾਂ, ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ ਕਿ ਬਾਬਾ ਰਾਮ ਰਾਏ ਜੀ ਕੁਝ ਸਮੇਂ ਵਾਸਤੇ ਪ੍ਰਭਾਵਿਤ ਹੋ ਗਏ ਤੇ ਉਸ ਪ੍ਰਭਾਵ ਅਧੀਨ ਆ ਗਏ। ਪਰ ਬਾਬਾ ਰਾਮ ਰਾਏ ਜੀ ਨੇ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਨਾਲ ਮਿਲਾਪ ਕੀਤਾ। ਉਹਨਾਂ ਦੇ ਚਲਾਣੇ ਤੋਂ ਬਾਅਦ ਉਹਨਾਂ ਦੀ ਪਤਨੀ, ਜਿਹਦਾ ਨਾਮ ਪੰਜਾਬ ਕੌਰ ਆ, ਬਾਬੇ ਰਾਮ ਰਾਏ ਜੀ ਦੀ ਪਤਨੀ ਦਾ, ਉਹਨਾਂ ਨੇ ਵੀ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੱਕ ਪਹੁੰਚ ਕੀਤੀ। ਤੇ ਇਕੱਲੀ ਪਹੁੰਚ ਨਹੀਂ ਕੀਤੀ, ਸਗੋਂ ਉਹ ਦੋਸ਼ੀ, ਉਹ ਮਸੰਦ ਅਸਲ ਦੇ ਵਿੱਚ ਬਾਬਾ ਰਾਮ ਰਾਏ ਜੀ ਜਦੋਂ ਦਿੱਲੀ ਦਰਬਾਰ ਦੀ ਉਹਨਾਂ ਦੀ ਗੱਲਬਾਤ ਸਾਰੀ ਹੋ ਗਈ ਔਰੰਗੇ ਦੇ ਨਾਲ, ਤੇ ਬਹੁਤ ਸਾਰੇ ਕੁਝ ਮਸੰਦ ਇਦਾਂ ਦੇ ਸੀ ਜਿਨ੍ਹਾਂ ਮਸੰਦਾਂ ਦਾ ਨਾਮ ਵੀ ਸਾਡੇ ਇਤਿਹਾਸ ਦੇ ਵਿੱਚ ਆਉਂਦਾ ਹੈ। ਉਹਨਾਂ ਨੇ ਬਹੁਤ ਯਤਨ ਕੀਤਾ ਕਿ ਬਾਬਾ ਰਾਮ ਰਾਏ ਜੀ ਆਪਣਾ ਇੱਕ ਵੱਖਰਾ ਪੰਥ ਚਲਾ ਲੈਣ। ਇਹਨਾਂ ਦੇ ਵਿੱਚ ਬਾਬੇ ਰਾਮ ਰਾਏ ਦਾ ਜਿਹੜਾ ਮਸੰਦ ਸੀ, ਉਹਨਾਂ ਮਸੰਦਾਂ ਦੇ ਵਿੱਚ ਇੱਕ ਗੁਰਬਖਸ਼ਾ ਮਸੰਦ ਤੇ ਇੱਕ ਤਾਰਾ ਮਸੰਦ, ਇਹ ਪ੍ਰਮੁੱਖ ਸਨ। ਭਾਈ ਤਾਰਾ ਮਸੰਦ ਸੀ ਜਿਹੜਾ, ਇਹ ਭਾਈ ਬਹਿਲੋ ਦਾ ਪੜਪੋਤਾ ਸੀ। ਹੁਣ ਬਾਬਾ ਰਾਮ ਰਾਏ ਜੀ ਇਹਨਾਂ ਦੇ ਅਧੀਨ ਵੀ ਆ ਗਏ। ਜੋ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ ਸਾਂ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਜਦੋਂ ਗੁਰਿਆਈ ਮਿਲ ਗਈ, ਬਾਬੇ ਰਾਮ ਰਾਏ ਨੇ ਬਹੁਤ ਜਦੋਂ ਪਤਾ ਲੱਗਿਆ ਤੇ ਬੜੀ ਈਰਖਾ ਕੀਤੀ, ਬੜਾ ਵਿਰੋਧ ਕੀਤਾ। ਔਰੰਗੇ ਦੇ ਪਾਸ ਪਹੁੰਚ ਕੀਤੀ ਕਿ ਵੇਖੋ ਜੀ, ਮੇਰੀ ਲਿਆਕਤ, ਮੇਰੀ ਪੜ੍ਹਾਈ, ਮੇਰਾ ਮਾਣ ਸਨਮਾਨ, ਮੈਂ ਤੁਹਾਡੇ ਦਰਬਾਰ 'ਚ ਇੰਨਾ ਮਾਣ ਸਨਮਾਨ ਖੱਟਿਆ, ਇੱਕ ਗੈਰ ਸਿੱਖ ਦੇ ਕੋਲੋਂ ਆ ਕੇ ਮੈਨੂੰ ਇੰਨਾ ਮਾਣ ਸਨਮਾਨ ਮਿਲਿਆ, ਪਰ ਤੁਹਾਡੇ ਨਾਲ ਨੇੜਤਾ ਹੋਣ ਦੇ ਕਰਕੇ ਮੇਰੇ ਪਿਤਾ ਗੁਰੂ ਹਰਰਾਏ ਸਾਹਿਬ ਮਹਾਰਾਜ ਨੇ ਮੈਨੂੰ ਗੁਰਤਾ ਗੱਦੀ ਤੋਂ ਵਾਂਝਾ ਕਰ ਦਿੱਤਾ ਆ। ਹੁਣ ਤੁਸੀਂ ਮੇਰੀ ਇਸ ਵੇਲੇ ਮਦਦ ਕਰੋ। ਦੂਜਾ ਵੱਡਾ ਕਾਰਨ, ਇੱਕ ਇੱਕ ਗੱਲ ਨੋਟ ਕਰਨ ਵਾਲੀ ਹੈ, ਨੁਕਤੇ ਸਮਝਣ ਵਾਲੇ ਆ ਸਾਡੇ, ਅਸੀਂ ਅਵੇਸਲੇ ਹੋ ਜਾਂਦੇ ਇਹਨਾਂ ਗੱਲਾਂ ਤੋਂ। ਹੁਣ ਦੂਜਾ ਵੱਡਾ ਫਾਇਦਾ ਇਸ ਗੱਲ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦਾ ਇਹ ਸੀ ਕਿ ਜੇ ਬਾਬੇ ਰਾਮ ਰਾਏ ਨੂੰ ਗੁਰਿਆਈ ਮਿਲ ਜਾਂਦੀ ਤੇ ਉਹ ਪੰਜਾਬ ਵੱਲੋਂ ਬਿਲਕੁਲ ਸੁਰਖਰੂ ਹੋ ਜਾਣਾ ਸੀ। ਉਹਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਰਹਿਣੀ ਨਹੀਂ ਸੀ, ਕਿਉਂਕਿ ਪੰਜਾਬ ਹੀ ਤੇ ਉਹਦੇ ਤੋਂ ਬਾਹਰ ਚੱਲ ਰਿਹਾ ਸੀ। ਗੁਰਸਿੱਖ ਹੀ ਤੇ ਉਹਦੇ ਹੁਕਮ ਨੂੰ ਪ੍ਰਵਾਨ ਨਹੀਂ ਸੀ ਕਰ ਰਹੇ। ਇੱਥੋਂ ਹੀ ਵੱਡੀ ਬਗਾਵਤ ਦੇ ਉੱਠਣ ਦਾ ਖਦਸ਼ਾ ਸੀ ਔਰੰਗਜ਼ੇਬ ਬਾਦਸ਼ਾਹ ਨੂੰ। ਔਰੰਗਜ਼ੇਬ ਬਾਦਸ਼ਾਹ ਚਾਹੁੰਦਾ ਸੀ ਕਿ ਬਾਬੇ ਰਾਮ ਰਾਏ ਨੂੰ ਮੈਂ ਗੁਰੂ ਬਣਾ ਦੇਵਾਂ, ਇਹਦੀ ਮਦਦ ਕਰਕੇ ਜਦੋਂ ਇਹ ਗੁਰੂ ਬਣ ਗਿਆ ਤੇ ਪੰਜਾਬ ਵਾਲੇ ਪਾਸਿਓਂ ਮੈਂ ਬਿਲਕੁਲ ਸੁਰਖਰੂ ਹੋ ਜਾਵਾਂਗਾ, ਮੈਨੂੰ ਫਿਕਰ ਕਰਨ ਦੀ ਲੋੜ ਕੋਈ ਨਹੀਂ ਰਹਿਣੀ। ਹੁਣ ਬਾਬੇ ਰਾਮ ਰਾਏ ਦੇ ਕਹਿਣ ਉੱਤੇ ਤੇ ਔਰੰਗਜ਼ੇਬ ਦਾ ਆਪਣੀ ਵੀ ਮਨਸ਼ਾ ਆ ਪਿਛਲੇ ਪਾਸੇ ਕਿ ਬਾਬਾ ਰਾਮ ਰਾਏ ਗੁਰੂ ਬਣ ਜਾਏ, ਇਹਨੂੰ ਗੁਰਗੱਦੀ ਮਿਲ ਜਾਵੇ। ਹੁਣ ਹੋਇਆ ਕੀ, ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਔਰੰਗਜ਼ੇਬ ਬਾਦਸ਼ਾਹ ਨੇ ਉਹਨਾਂ ਦੀ ਪਰਖ ਕਰਨ ਦੇ ਲਈ, ਉਹਨਾਂ ਦੇ ਨਾਲ ਸਵਾਲ ਜਵਾਬ ਕਰਨ ਦੇ ਲਈ, ਬਾਬੇ ਰਾਮ ਰਾਏ ਨੂੰ ਗੁਰਤਾ ਗੱਦੀ ਦਿਵਾਉਣ ਦੇ ਲਈ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਨੀਵਾਂ ਵਿਖਾਉਣ ਦੇ ਲਈ ਸੱਦਿਆ ਦਿੱਲੀ ਦਰਬਾਰ 'ਚ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਮਨਾ ਕਰ ਦਿੱਤਾ ਕਿ ਅਸੀਂ ਬਿਲਕੁਲ ਵੀ ਤੇਰੇ ਮੱਥੇ ਨਹੀਂ ਲੱਗਣਾ। ਇਹ ਸਾਡਾ ਇਤਿਹਾਸ ਦੱਸਦਾ ਹੈ ਕਿ ਨਹਿ ਮਲੇਸ਼ ਕੋ ਦਰਸ਼ਨ ਦੈ ਹੈ, ਨਹਿ ਮਲੇਸ਼ ਕੇ ਦਰਸ਼ਨ ਲੈ ਹੈ। ਹੁਣ ਜਦੋਂ ਔਰੰਗੇ ਨੂੰ ਜਵਾਬ ਦਿੱਤਾ, ਕੋਈ ਪਰਵਾਹ ਹੀ ਨਹੀਂ ਕੀਤੀ ਉਹਦੇ ਹੁਕਮ ਦੀ, ਤੇ ਫਿਰ ਔਰੰਗਾ ਕਪਟੀ ਬੜਾ ਵੱਡਾ, ਧੋਖੇਬਾਜ਼, ਮੱਕਾਰ ਇੱਕ ਨੰਬਰ ਦਾ, ਇਹਨੇ ਫਿਰ ਰਾਜਾ ਜੈ ਸਿੰਘ ਦੇ ਰਾਹੀਂ ਉਸ ਵੇਲੇ ਪਹੁੰਚ ਕੀਤੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਤੱਕ ਇਹ ਸੁਨੇਹਾ ਭੇਜਿਆ ਕਿ ਜਿਹੜਾ ਰਾਜਾ ਜੈ ਸਿੰਘ ਆ, ਜਿਹਦਾ ਬੰਗਲਾ, ਜਿੱਥੇ ਜਾ ਕੇ ਸਤਿਗੁਰਾਂ ਵਿਰਾਮ ਕੀਤਾ, ਜਿਹਨੂੰ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਆਖਦੇ ਹਾਂ, ਹੁਣ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਤੱਕ ਬੇਨਤੀ ਕੀਤੀ ਤੇ ਬੇਨਤੀ ਇਸ ਤਰੀਕੇ ਨਾਲ ਕੀਤੀ ਗਈ, ਜੀ ਦਿੱਲੀ ਦੀ ਸੰਗਤ ਤੁਹਾਨੂੰ ਬਹੁਤ ਚੇਤੇ ਕਰਦੀ ਆ, ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਮੇਰੇ ਪਾਸ ਹੋਵੇਗਾ। ਤੇ ਸਤਿਗੁਰਾਂ ਨੇ ਅੱਗੋਂ ਜਵਾਬ ਦਿੱਤਾ, ਜੇ ਤੂੰ ਆਪਣੇ ਪਾਸ ਸੱਦ ਰਿਹਾ, ਅਸੀਂ ਤੇਰੇ ਕੋਲ ਹੀ ਰਵਾਂਗੇ, ਔਰੰਗੇ ਦੇ ਮੱਥੇ ਅਸੀਂ ਨਹੀਂ ਲੱਗਣਾ ਚਾਹੁੰਦੇ। ਗੁਰੂ ਪਿਤਾ ਦਾ ਹੁਕਮ ਆ, ਉਹ ਡਰਦੇ ਨਹੀਂ ਆ ਔਰੰਗੇ ਤੋਂ ਕਿਸੇ ਕਾਰਨ ਕਰਕੇ ਵੀ, ਬਸ ਉਹ ਗੁਰੂ ਪਿਤਾ ਦੇ ਹੁਕਮ ਨੂੰ ਕਮਾਉਣਾ ਆ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੁਣ ਜਦੋਂ ਦੁਬਾਰਾ ਸੁਣਿਆ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਕੋਲ ਪਹੁੰਚਦਾ ਕੀਰਤਪੁਰ ਸਾਹਿਬ ਦੀ ਧਰਤੀ ਤੇ,
ਤੇ ਇੱਥੇ ਫਿਰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਪਤਾ ਲੱਗਦਾ ਹੈ, ਜਿਨ੍ਹਾਂ ਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਦਾਦੀ ਸਾਹਿਬ ਨੇ, ਜਿਨ੍ਹਾਂ ਦਾ ਨਾਂ ਮਾਤਾ ਬੱਸੀ ਆ। ਇਹ ਦਾਦੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ। ਮਾਤਾ ਕਿਸ਼ਨ ਕੌਰ ਜੀ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਭੈਣ ਰੂਪ ਕੌਰ ਜੀ। ਗੁਰੂ ਹਰਿ ਸਾਹਿਬ ਮਹਾਰਾਜ ਦੀ ਇੱਕ ਬੇਟੀ ਦਾ ਵੀ ਜ਼ਿਕਰ ਹੈ ਨਾ ਜੀ ਇਤਿਹਾਸ ਵਿੱਚ, ਜਿਨ੍ਹਾਂ ਦਾ ਨਾਂ ਰੂਪ ਕੌਰ ਆ। ਹੁਣ ਜਿਹੜੇ ਗੁਰੂ ਘਰ ਦੇ ਸਿੱਖ ਨੇ, ਜਿਨ੍ਹਾਂ ਵਿੱਚ ਮੁਖੀ ਸਿੱਖ ਆ ਭਾਈ ਦਰਗਾਹ ਮੱਲ, ਭਾਈ ਗੁਰਦਿੱਤਾ ਜੀ, ਭਾਈ ਦਿਆਲ ਦਾਸ ਤੇ ਹੋਰਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇ ਦਿੱਲੀ ਜਾਣਾ ਚਾਹੁੰਦੇ ਆ ਰਾਜਾ ਜੈ ਸਿੰਘ ਦੇ ਪਾਸ, ਹੁਣ ਇਹ ਸਾਰੇ ਬਹੁਤ ਹੈਰਾਨ ਤੇ ਬੜੇ ਪਰੇਸ਼ਾਨ ਇਸ ਗੱਲ ਤੋਂ ਕਿ ਇਸੇ ਪ੍ਰਕਾਰ ਹੀ ਕਦੇ ਲਾਹੌਰ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸੱਦਿਆ ਗਿਆ ਤੇ ਉੱਥੇ ਫਿਰ ਖੁਸਰੋ ਦੀ ਬਗਾਵਤ ਤੇ ਖੁਸਰੋ ਨੂੰ ਪਨਾਹ ਦੇਣ ਦਾ ਇਲਜ਼ਾਮ ਲਾ ਕੇ ਹੋਰ ਵੀ ਬਹੁਤ ਸਾਰੇ ਕਾਰਨ ਕਿ ਗੁਰੂ ਅਰਜਨ ਦੇਵ ਮਹਾਰਾਜ ਤੇ ਹਕੂਮਤ ਦੇ ਪਾਸੋਂ ਵਾਪਸ ਜਿਉਂਦੇ ਮੁੜੇ ਨਹੀਂ, ਉਹਨਾਂ ਨੂੰ ਬਹੁਤ ਸਾਰੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਹੁਣ ਸਾਰੇ ਸਿੱਖ ਬੜੇ ਫਿਕਰਮੰਦ ਨੇ ਕਿ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਚਲੇ ਗਏ, ਪਤਾ ਨਹੀਂ ਉੱਥੇ ਕੀ ਭਾਣਾ ਵਾਪਰੇਗਾ। ਫਿਰ ਵੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਨਿਡਰਤਾ ਦੇ ਨਾਲ ਦਿੱਲੀ ਜਾਣ ਦਾ ਫੈਸਲਾ ਕੀਤਾ। ਬਹੁਤ ਸਾਰੀਆਂ ਸਿੱਖ ਸੰਗਤਾਂ ਨਾਲ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਚੱਲ ਪਈਆਂ। ਫਰਵਰੀ ਦੇ ਵਿੱਚ 1664 ਈਸਵੀ ਨੂੰ ਦੂਸਰੇ ਹਫ਼ਤੇ ਫਰਵਰੀ ਦੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੀਰਤਪੁਰ ਤੋਂ ਦਿੱਲੀ ਦੇ ਲਈ ਰਵਾਨਾ ਹੁੰਦੇ ਆ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਾਦੀ ਸਾਹਿਬ ਤੇ ਸਤਿਗੁਰਾਂ ਦੇ ਮਾਤਾ ਸਾਹਿਬ ਉਹ ਨਾਲ ਨਹੀਂ ਜਾਂਦੇ, ਹੋਰ ਹਜ਼ਾਰਾਂ ਸੰਗਤਾਂ ਇੱਕ ਵਾਰੀ ਸਤਿਗੁਰਾਂ ਦੇ ਨਾਲ ਚੱਲ ਪਈਆਂ ਕੀਰਤਪੁਰ ਸਾਹਿਬ ਤੋਂ। ਕੀਰਤਪੁਰ ਸਾਹਿਬ ਤੋਂ ਚੱਲ ਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦਿਆਲਪੁਰ ਬਨੂਰ ਦੇ ਨੇੜੇ, ਜਿੱਥੇ ਉਹਨਾਂ ਦੇ ਭੈਣ ਰੂਪ ਕੌਰ ਜੀ ਵਿਆਹੇ ਹੋਏ ਸੀ। ਸਤਿਗੁਰੂ ਸਾਹਿਬ ਮਹਾਰਾਜ ਨੂੰ ਪਤਾ ਹੈ ਕਿ ਅਸੀਂ ਦਿੱਲੀ ਜਾਣਾ ਜ਼ਰੂਰ ਆ, ਪਰ ਦਿੱਲੀ ਤੋਂ ਵਾਪਸ ਨਹੀਂ ਆਉਣਾ। ਕੇਵਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇਸ ਗੱਲ ਨੂੰ ਜਾਣਦੇ ਆ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਪਣੀ ਭੈਣ ਰੂਪ ਕੌਰ ਜੀ ਨੂੰ ਮਿਲ ਕੇ ਤੇ ਫੇਰ ਅਗਾਂਹ ਚੱਲਦੇ ਆ ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਜਿਹੜਾ ਵੱਡਾ ਪੜਾਅ ਕਰਦੇ ਉਹ ਪੰਜੋਖੜਾ ਸਾਹਿਬ। ਇਹ ਸਾਖੀ ਆਪਾਂ ਬੜੀ ਵਾਰੀ ਸੁਣੀ ਆ ਪਹਿਲਾਂ, ਇਹ ਸਾਖੀ ਬਹੁਤ ਵਾਰੀ ਸੁਣੀ ਆ, ਪਰ ਇਹਨੂੰ ਥੋੜਾ ਜਿਹਾ ਆਪਾਂ ਧਿਆਨ ਦੇ ਨਾਲ ਸਮਝਣ ਦਾ ਯਤਨ ਕਰਨਾ। ਤਾਂ ਕਰਕੇ ਅੱਜ ਦਾ ਜਿਹੜਾ ਸਮਾਂ ਸੀ ਨਾ 9 ਤੋਂ 10 ਦਾ ਵੀ, ਇਹਦੇ ਵਿੱਚ ਵੀ ਆਪਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਇਤਿਹਾਸ ਵਿਚਾਰ ਰਹੇ ਹਾਂ, ਕਿਉਂਕਿ ਪਤਾ ਨਹੀਂ ਦੁਬਾਰਾ ਕਦੋਂ ਸਾਨੂੰ ਅਵਸਰ ਮਿਲੇ, ਕਦੋਂ ਦੁਬਾਰਾ ਮੌਕਾ ਮਿਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਵਡਿਆਈਆਂ ਕਰਨ ਦਾ। ਇਹ ਜਗਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਆ, ਕਦੇ ਸਮਾਂ ਮਿਲੇ ਨਾ ਮਿਲੇ, ਪਰ ਇਸ ਕਰਕੇ ਅੱਜ ਦਾ ਸਮਾਂ ਸਾਰੇ ਦਾ ਸਾਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਡੈਡੀਕੇਟ ਆ। ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਛੋਟੀ ਜੀ ਅਵਸਥਾ, ਸੱਚੇ ਪਾਤਸ਼ਾਹ ਇਸ ਵੇਲੇ 7 ਕੁ ਸਾਲ ਦੀ ਆਯੂ ਉਹਨਾਂ ਦੀ ਹੋ ਚੁੱਕੀ ਆ, ਕਿਉਂਕਿ 56 ਦੇ ਵਿੱਚ ਉਹਨਾਂ ਦਾ ਆਗਮਨ ਆ ਤੇ ਉਹ 64 ਹੋ ਗਿਆ, ਆ ਗਿਆ। ਹੁਣ 1664 ਵਿੱਚ ਸਤਿਗੁਰੂ ਜੀ ਰਵਾਨਾ ਹੁੰਦੇ ਆ। 7.5 ਸਾਲ ਦਾ ਸਮਾਂ ਜਿਹੜਾ ਉਹ ਬਣਦਾ ਆ। ਹੁਣ ਸਤਿਗੁਰੂ ਸਾਹਿਬ ਮਹਾਰਾਜ ਛੋਟੀ ਜੀ ਆਜੂ ਹਜ਼ਾਰਾਂ ਸੰਗਤਾਂ ਨਾਲ, ਬਾਕੀ ਸੰਗਤਾਂ ਸਤਿਗੁਰਾਂ ਨੇ ਕੁਝ ਚੁਣਿੰਦਾ ਸਿੱਖ ਜਿਨ੍ਹਾਂ ਚ ਭਾਈ ਮਨੀ ਸਿੰਘ ਸਾਹਿਬ ਵੀ ਸ਼ਾਮਲ ਸਨ, ਉਹਨਾਂ ਨੂੰ ਨਾਲ ਰੱਖ ਲਿਆ। ਬਾਕੀ ਸਾਰਿਆਂ ਨੂੰ ਮੇਰੇ ਸਾਹਿਬਾਂ ਨੇ ਵਾਪਸ ਭੇਜ ਦਿੱਤਾ। ਬਾਕੀ ਸਿੱਖ ਵਾਪਸ ਚਲੇ ਗਏ। ਸਤਿਗੁਰੂ ਜੀ ਪੰਜੋਖੜਾ ਸਾਹਿਬ ਦੀ ਧਰਤੀ ਤੇ ਗੁਰਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਨਿਹਾਲ ਕਰ ਰਹੇ ਆ। ਇੱਥੋਂ ਦੀ ਜਿਹੜੀ ਸਾਖੀ ਆ ਉਹ ਤੋਂ ਆਪਾਂ ਚੰਗੀ ਤਰ੍ਹਾਂ ਵਾਕਿਫ ਹਾਂ। ਸਤਿਗੁਰੂ ਜੀ ਹਜ਼ਾਰਾਂ ਸੰਗਤਾਂ ਦੇ ਵਿੱਚ ਉਪਦੇਸ਼ ਦੇ ਰਹੇ ਆ, ਬਿਰਾਜਮਾਨ ਨੇ। ਛੋਟੀ ਜੀ ਆਜੂ ਇੱਕ ਬਾਲ, ਲੋਕਾਂ ਦੀ ਨਿਗਾਹ ਜਿਹੜੇ ਅਣਜਾਣ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਤੇ ਬਾਲ ਹੀ ਨੇ ਨਾ ਜੀ। ਇੱਕ ਛੋਟਾ ਜਿਹਾ ਬੱਚਾ, ਲੋਕ ਕਹਿਣ ਇੰਨੀ ਸੰਗਤ, ਇੰਨੇ ਲੋਕ ਮੱਥੇ ਟੇਕ ਰਹੇ ਆ, ਭੇਟਾਵਾਂ ਅਰਪਣ ਕਰ ਰਹੇ ਆ, ਅਰਦਾਸਾਂ ਕਰ ਰਹੇ ਆ, ਜੋਦੜੀਆਂ ਕਰ ਰਹੇ ਆ, ਤੇ ਜਿਹੜੇ ਗੁਰੂ ਘਰ ਦੇ ਵਿਰੋਧੀ ਸੀ ਉਹਨਾਂ ਦੇ ਵਿੱਚੋਂ ਇੱਥੋਂ ਦਾ ਇੱਕ ਜ਼ਿਕਰ ਮਿਲਦਾ ਆ ਕਿ ਪੰਡਤ ਲਾਲ ਚੰਦ, ਜਿਹਨੂੰ ਬੜੇ ਬੜੇ ਵੇਦ ਗ੍ਰੰਥ ਆਉਂਦੇ ਸੀ, ਆਪਣੀ ਵਿਦਵਤਾ ਦਾ ਬੜਾ ਹੰਕਾਰ ਸੀ ਇਹਨੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਹਜ਼ਾਰਾਂ ਸੰਗਤਾਂ ਨੂੰ ਮੱਥਾ ਟੇਕਦਿਆਂ ਵੇਖਿਆ ਨਾ ਜੀ, ਤੇ ਇਹਦੇ ਮਨ ਵਿੱਚ ਬੜੀ ਈਰਖਾ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਤੀ ਪੈਦਾ ਹੋ ਗਈ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਾਸ ਆਇਆ, ਸੰਗਤ ਬੈਠੀ ਹੋਈ, ਤੇ ਆ ਕੇ ਕਹਿੰਦਾ ਜੀ ਤੁਸੀਂ ਤੇ ਨਾਮ ਆਪਣਾ ਬਹੁਤ ਵੱਡਾ ਰੱਖਿਆ ਹੋਇਆ, ਇੱਥੇ ਨੇੜੇ ਹੀ ਕੁਰੂਕਸ਼ੇਤਰ ਆ, ਉਸ ਧਰਤੀ ਤੇ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਆ, ਤੇ ਤੁਸੀਂ ਤੇ ਕ੍ਰਿਸ਼ਨ ਜੀ ਨਾਲੋਂ ਵੀ ਆਪਣਾ ਨਾਮ ਵੱਡਾ ਰੱਖੀ ਫਿਰਦੇ ਹੋ। ਆਯੂ ਤੁਹਾਡੀ ਅਜੇ ਛੋਟੀ ਜੀ ਆ, ਕੀ ਤੁਹਾਡੇ ਕੋਲ ਰਿੱਧੀ ਸਿੱਧੀ ਹੋਵੇਗੀ ਤੇ ਕੀ ਤੁਹਾਡੀ ਪ੍ਰਾਪਤੀ ਹੋਵੇਗੀ। ਆਪ ਜੀ ਦਾ ਨਾਮ ਗੁਰੂ ਹਰਿਕ੍ਰਿਸ਼ਨ ਸਾਹਿਬ, ਇੰਨਾ ਵੱਡਾ ਨਾਂ,
ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਗੋਂ ਮੁਸਕਰਾਏ ਤੇ ਹੱਸ ਕੇ ਕਹਿੰਦੇ, ਜੀ ਜਿਹੜੇ ਤੁਹਾਡੇ ਸਾਡੇ ਨਾਂ ਚੋਂ ਤੁਹਾਨੂੰ ਤਕਲੀਫ ਲੱਗਦੀ ਹੈ ਨਾ, ਕਿ ਜਿਹੜਾ ਤੁਹਾਨੂੰ ਲੱਗਦਾ ਅਸੀਂ ਨਜਾਇਜ਼ ਰੱਖਿਆ ਹੋਇਆ, ਉਹ ਤੁਸੀਂ ਦੱਸ ਦਿਓ, ਅਸੀਂ ਕੱਟ ਦਿੰਨੇ ਆ, ਤੁਹਾਨੂੰ ਅਸੀਂ ਵਜ੍ਹਾ ਦੱਸ ਦਿੰਨੇ ਆ ਆਪਣੇ ਨਾਮ ਦੀ, ਸਾਡਾ ਨਾਮ ਇਹ ਕੀ ਆ ਤੇ ਕਿਉਂ ਰੱਖਿਆ ਗਿਆ। ਕਹਿਣ ਲੱਗੇ ਕਿ ਮੇਰੇ ਪਿਤਾ ਸਾਹਿਬ ਦਾ ਨਾਂ ਆ ਗੁਰੂ ਹਰ ਰਾਏ ਸਾਹਿਬ, ਮੇਰੀ ਮਾਤਾ ਦਾ ਨਾਂ ਆ ਕ੍ਰਿਸ਼ਨ ਕੌਰ। ਪਿਤਾ ਤੇ ਮਾਤਾ ਦੋਵਾਂ ਦੇ ਨਾਂ ਦਾ ਸੁਮੇਲ ਕਰਦਿਆਂ ਹੋਇਆਂ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਹਰਕ੍ਰਿਸ਼ਨ ਰੱਖਿਆ, ਤੇ ਇਹਦੇ ਵਿੱਚ ਮੇਰਾ ਦੋਸ਼ ਦੱਸ ਦਿਓ ਕੀ ਆ ਪੰਡਤ ਜੀ। ਕਿਉਂਕਿ ਉਹਦਾ ਪਹਿਰਾਵਾ ਦੱਸ ਰਿਹਾ ਸੀ ਇਹ ਸਾਰਾ ਕੁਝ, ਉਹਦੀ ਬੋਲੀ ਦੱਸ ਰਹੀ ਸੀ, ਉਹਦੀ ਬੋਡੀ ਲੈਂਗੁਏਜ ਦੱਸ ਰਹੀ ਸੀ। ਹੁਣ ਆਖਿਆ ਜੀ ਮੇਰਾ ਨਾਂ ਹਰਕ੍ਰਿਸ਼ਨ ਰੱਖਿਆ ਮੇਰੇ ਮਾਤਾ ਪਿਤਾ ਨੇ, ਮੇਰੀ ਮਾਤਾ ਦਾ ਨਾਂ ਕ੍ਰਿਸ਼ਨ ਕੌਰ ਸੀ, ਪਿਤਾ ਦਾ ਨਾਂ ਗੁਰੂ ਹਰ ਰਾਏ ਸਾਹਿਬ ਆ। ਹਰ ਤੇ ਕ੍ਰਿਸ਼ਨ ਦੋਵਾਂ ਨੂੰ ਜੋੜ ਕੇ ਤੇ ਮੇਰਾ ਨਾਂ ਉਹਨਾਂ ਨੇ ਹਰਕ੍ਰਿਸ਼ਨ ਰੱਖ ਦਿੱਤਾ ਹੈ। ਤੇ ਆਖਿਆ ਜਿਹੜਾ ਗੁਰੂ ਪਦ ਲਾਇਆ ਹੈ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਅਸਾਂ ਆਪ ਨਹੀਂ ਲਾਇਆ, ਇਹ ਤਖੱਲਸ, ਇਹ ਗੁਰਿਆਈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰੋਂ ਜਿਹੜੀ ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਪਾਸ ਸੀ, ਉਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਿਆਈ ਸਾਨੂੰ ਦੇ ਗਏ ਆ। ਤੇ ਇਹ ਗੁਰੂ ਪਦ ਆਪਣੇ ਆਪ ਨਹੀਂ ਲਾਇਆ, ਇਹ ਸਤਿਗੁਰਾਂ ਦੀ ਰਹਿਮਤ ਨਾਲ ਪ੍ਰਾਪਤ ਹੋਇਆ, ਤਾਂ ਕਰਕੇ ਗੁਰੂ ਹਰਕ੍ਰਿਸ਼ਨ ਕਹਿੰਦੇ। ਤੇ ਕਹਿੰਦੇ ਜਿਹੜਾ ਸਾਹਿਬ ਆਖਦੇ ਹੋ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਸਾਹਿਬ ਅਸੀਂ ਆਪਣੇ ਆਪ ਨੂੰ ਆਪ ਨਹੀਂ ਆਖਦੇ, ਸੰਗਤ ਆਖਦੀ ਆ। ਹੁਣ ਇੱਕ ਸਵਾਲ ਦਾ ਜਵਾਬ ਮਿਲ ਗਿਆ, ਤੇ ਇਹਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਲਾਲ ਚੰਦ ਨੇ। ਇਹ ਨੀਵਾਂ ਵਿਖਾਉਣਾ ਚਾਹੁੰਦਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ। ਆਖਿਆ ਫਿਰ ਤੁਹਾਨੂੰ ਮੈਂ ਦੱਸਿਆ ਕਿ ਇੱਥੇ ਕੁਰੂਕਸ਼ੇਤਰ ਦੀ ਧਰਤੀ ਤੇ ਗੀਤਾ ਉਚਾਰਨ ਕੀਤੀ ਹੋਈ ਆ, ਤੇ ਤੁਸੀਂ ਫਿਰ ਅਰਥ ਕਰਕੇ ਸੁਣਾਓ। ਮੈਂ ਤੁਹਾਡੀ ਲਿਆਕਤ ਵੇਖਣੀ ਚਾਹੁੰਦਾ, ਮੈਂ ਚਾਹੁੰਦਾ ਕਿ ਤੁਸੀਂ ਗੀਤਾ ਦੇ ਅਰਥ ਕਰਕੇ ਸੁਣਾਓ ਮੈਨੂੰ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਕਹਿੰਦਾ ਸੁਣਾਓਗੇ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਗੀਤਾ ਦੇ ਅਰਥ ਨਹੀਂ ਸੁਣਾਉਣੇ। ਬੜਾ ਖਿੜਖੜਾ ਕੇ ਹੱਸਿਆ, ਕਹਿਣ ਲੱਗਿਆ ਮੈਨੂੰ ਤਾਂ ਪਤਾ ਸੀ ਤੁਹਾਨੂੰ ਆਉਂਦੇ ਹੀ ਨਹੀਂ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਉਸ ਵੇਲੇ ਆਖਿਆ, ਭਾਈ ਜੇ ਅਸੀਂ ਗੀਤਾ ਦੇ ਅਰਥ ਕੀਤੇ ਤੇ ਫਿਰ ਤੁਸੀਂ ਕਹਿਣਾ ਆ ਕਿ ਇਹ ਗੁਰੂ ਪਰਿਵਾਰ ਵਿੱਚੋਂ ਆ, ਵੱਡੇ ਘਰਾਣੇ ਵਿੱਚੋਂ ਆ, ਤੇ ਇਹਨਾਂ ਨੇ ਸਿੱਖੇ ਹੋਣੇ ਆ। ਇਸ ਕਰਕੇ ਗੀਤਾ ਦੇ ਅਰਥ ਤੇ ਅਸੀਂ ਸੰਗਤ ਵਿੱਚੋਂ ਕਿਸੇ ਕੋਲੋਂ ਵੀ ਕਰਵਾ ਸਕਦੇ ਹਾਂ, ਤੂੰ ਕੋਈ ਆਪਣਾ ਬੰਦਾ ਲੈ ਆ। ਹੁਣ ਮੈਂ ਇੱਥੇ ਇੱਕ ਮਾਫੀ ਮੰਗ ਕੇ ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਆਪਣੇ ਹੀ ਕੁਝ ਬੰਦੇ, ਸਾਡੇ ਆਪਣੇ ਹੀ ਕੁਝ ਵਿਦਵਾਨ ਜਿਹੜੇ ਆ, ਉਹ ਇਸ ਗੱਲ ਨੂੰ ਰੱਦ ਕਰਨ ਤੇ ਲੱਗ ਗਏ ਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਕੋਈ ਛੜੀ ਨਹੀਂ ਰੱਖੀ। ਕੀ ਮਿਲੇਗਾ ਸਾਨੂੰ? ਅਸੀਂ ਆਪਣੇ ਸਤਿਗੁਰੂ ਤੇ ਭਰੋਸਾ ਨਹੀਂ ਰਿਹਾ ਸਾਨੂੰ। ਜਿਸ ਸਤਿਗੁਰੂ ਅੱਗੇ ਹੱਥ ਜੋੜ ਕੇ ਅਸੀਂ ਖਲੋ ਕੇ ਕਹਿੰਦੇ ਆ ਪਾਤਸ਼ਾਹ ਸਾਡਾ ਲੋਕ ਪਰਲੋਕ ਸਵਾਰ ਦਿਓ, ਸਾਨੂੰ ਲੋਕ ਪਰਲੋਕ ਦੇ ਸੁੱਖ ਦੇ ਦਿਓ, ਤੇ ਉਹਨਾਂ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਉੱਤੇ ਅਸੀਂ ਕਿੰਤੂ ਕਰਨ ਲੱਗ ਪਏ ਅੱਜ। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਦੂਜਾ ਇਹਦਾ ਪ੍ਰਮਾਣ ਇਹ ਆ ਕਿ ਕਈ ਇਹ ਵੀ ਕਹਿਣ ਲੱਗ ਪਏ ਜੀ ਉਹ ਵਿਦਵਾਨ ਸੀ ਜੀ, ਪਹਿਲਾਂ ਉਹਨੂੰ ਬੜੀ ਮੱਤ ਸੀ ਜੀ, ਉਹ ਬੜਾ ਸਿਆਣਾ ਸੀ, ਤੇ ਇਸ ਕਰਕੇ ਉਹਨੇ ਛਜੂ ਝੀਵਰ ਨੇ ਅਰਥ ਕਰ ਦਿੱਤੇ। ਤੇ ਜਿਹੜਾ ਲਾਲ ਚੰਦ ਆ ਸਤਿਗੁਰੂ ਸਾਹਿਬ ਮਹਾਰਾਜ ਜੀ ਤੋਂ ਈਰਖਾ ਕਰਦਾ ਹੈ, ਉਹ ਵਿਦਵਾਨ ਨੂੰ ਪਕੜ ਕੇ ਲੈ ਕੇ ਆਵੇਗਾ। ਉਹ ਤੇ ਨੀਵਾਂ ਵਿਖਾਉਣਾ ਚਾਹੁੰਦਾ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਉਹ ਕਿਸੇ ਗੀਤਾ ਦੇ ਵਿਦਵਾਨ ਨੂੰ ਥੋੜਾ ਲੈ ਕੇ ਆਏਗਾ ਅਰਥ ਕਰਵਾਉਣ ਵਾਸਤੇ, ਉਹ ਤੇ ਸਗੋਂ ਉਹ ਬੰਦਾ ਚੁਣ ਕੇ ਲੈ ਕੇ ਆਵੇਗਾ ਜਿਹੜਾ ਸੰਗਤ ਵਿੱਚ ਆਵੇ ਤੇ ਇੱਕ ਵੀ ਅੱਖਰ ਨਾ ਬੋਲ ਸਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਨਿਰਾਦਰ ਹੋ ਜਾਏ ਸੰਗਤ ਦੇ ਵਿੱਚ। ਉਹ ਤੇ ਇਦਾਂ ਦਾ ਬੰਦਾ ਲੱਭ ਕੇ ਲੈ ਕੇ ਆਵੇਗਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਸ ਪੰਡਤ ਲਾਲ ਚੰਦ ਨੂੰ ਕਿਹਾ, ਕਹਿੰਦੇ ਤੁਸੀਂ ਕੋਈ ਨਾ ਆਪਣਾ ਬੰਦਾ ਲੈ ਆਓ, ਅਸੀਂ ਉਹਦੇ ਤੋਂ ਕਰਵਾ ਦਿੰਨੇ ਆ ਅਰਥ। ਤੇ ਹੁਣ ਲਾਲ ਚੰਦ ਪੰਡਤ ਗਿਆ। ਪੰਡਤ ਲਾਲ ਚੰਦ ਨੇ ਜਿਹੜਾ ਬੰਦਾ ਚੁਣਿਆ, ਉਹ ਬੰਦਾ ਉਹ ਸੀ, ਉਸ ਬਰਾਦਰੀ ਦੇ ਨਾਲ, ਅਖੌਤੀ ਸ਼ੂਦਰ ਬਰਾਦਰੀ ਨਾਲ ਸੰਬੰਧ ਰੱਖਦਾ ਸੀ, ਜਿਨ੍ਹਾਂ ਨੂੰ ਧਾਰਮਿਕ ਅਸਥਾਨਾਂ ਦੇ ਉੱਤੇ ਚੜ੍ਹਨ ਦੀ ਆਜ਼ਾਦੀ ਨਹੀਂ ਸੀ। ਬੜੇ ਧਿਆਨ ਨਾਲ ਸਾਖੀ ਮੈਂ ਪਹਿਲਾਂ ਬੇਨਤੀ ਕੀਤੀ ਵੀ ਬੜੀ ਵਾਰੀ ਸੁਣੀ ਆਪਾਂ ਇਹ, ਪਰ ਇਹਦੇ ਚੋਂ ਸਿੱਖਿਆ ਆਪਾਂ ਕਿਵੇਂ ਲੈਣੀ ਆ, ਕਿਵੇਂ ਸਮਝਣਾ, ਇਹਨੂੰ ਇਕੱਲਾ ਕੰਨ ਰਸ ਥੋੜੀ ਬਣਾਉਣਾ ਹੈ। ਇਹਦੇ ਤੋਂ ਨੌਲੇਜ ਵੀ ਲੈਣ ਦਾ ਯਤਨ ਕਰਨਾ। ਉਦੋਂ ਦਾ ਮਾਹੌਲ ਇਦਾਂ ਦਾ ਸੀ, ਜੇ ਕੋਈ ਸ਼ੂਦਰ ਕਿਸੇ ਧਾਰਮਿਕ ਅਸਥਾਨ ਤੇ ਚੜ੍ਹ ਜਾਵੇ ਜਾਂ ਵੜ ਜਾਵੇ ਅੰਦਰ ਧਾਰਮਿਕ ਅਸਥਾਨ ਦੇ, ਪਤਾ ਲੱਗ ਜਾਏ ਇਹਦੇ ਕੰਨਾਂ ਦੇ ਵਿੱਚ ਉਸ ਰਾਮ ਦਾ ਨਾਮ ਪੈ ਗਿਆ, ਤੇ ਗੁਰੂ ਪਿਆਰਿਓ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ, ਉਹਦੇ ਕੰਨ ਬੰਦ ਕਰ ਦਿੱਤੇ ਜਾਂਦੇ ਸਨ। ਜੇ ਪਤਾ ਲੱਗ ਜਾਣਾ ਕਿ ਕਿਸੇ ਸ਼ੂਦਰ ਨੇ ਆਪਣੀ ਜ਼ੁਬਾਨ ਤੋਂ ਰੱਬ ਦਾ ਨਾਮ ਲੈ ਲਿਆ, ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ। ਹੁਣ ਇਹਨੇ ਇੱਕ ਝੀਵਰ, ਬੜੇ ਧਿਆਨ ਨਾਲ ਸੁਣਿਓ, ਝੀਵਰ ਕਿਉਂ ਆਖਿਆ ਜਾਂਦਾ? ਇਹ ਇੱਕ ਬਰਾਦਰੀ ਸੀ ਉਹਨਾਂ ਸਮਿਆਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ। ਤੁਸੀਂ ਤਸਵੀਰਾਂ ਵਿੱਚ ਜਾਂ ਟੀਵੀ ਦੇ ਉੱਤੇ ਵੇਖਿਆ ਹੋਣਾ, ਕੁਝ ਲੋਕ ਇੱਕ ਵਹਿੰਗੀ ਨੁਮਾ ਲੈ ਕੇ ਨਾ ਡੰਡਾ ਆਪਣੇ ਮੋਢੇ ਤੇ ਰੱਖ ਕੇ ਤੇ 4-5 ਘੜੇ ਉਹਦੇ ਅਗਲੇ ਪਾਸੇ ਲਮਕਾ ਲੈਂਦੇ, 4-5 ਉਹਦੇ ਪਿਛਲੇ ਪਾਸੇ ਲਮਕਾ ਲੈਂਦੇ। ਤੇ ਉਹਦੀ ਵਜ੍ਹਾ ਇਹ ਹੁੰਦੀ ਸੀ ਕਿ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਂਦੇ ਸਨ ਇਹ, ਤਾਂ ਕਰਕੇ ਇਹਨਾਂ ਨੂੰ ਝੀਓ ਰੱਖਿਆ ਜਾਂਦਾ ਸੀ।
ਉਹ ਪਾਣੀ ਢੋਂਦੇ ਸਨ, ਉਹਨਾਂ ਨੂੰ ਵਾਰ-ਵਾਰ ਘੜੇ ਭਰ ਕੇ ਲਿਆਉਣੇ ਨਾ ਪੈਣ। ਉਹ ਇੱਕੇ ਵਾਰੀ 4-5 ਘੜੇ ਅਗਲੇ ਪਾਸੇ ਤੇ 4-5 ਪਿਛਲੇ ਪਾਸੇ ਬੰਨ੍ਹ ਕੇ ਘੜਿਆਂ ਦੇ ਵਿੱਚ ਪਾਣੀ ਲੋਕਾਂ ਦੇ ਘਰਾਂ 'ਚ ਢੋਂਦੇ ਸਨ, ਕਿਉਂਕਿ ਪਾਣੀ ਦੇ ਅੱਜ ਵਰਗੇ ਸੋਰਸਸ ਨਹੀਂ ਸਨ ਉਸ ਵੇਲੇ। ਹੁਣ ਇਹਨੇ ਕੀ ਕੀਤਾ, ਇਹਨੇ ਉਸ ਅਖੌਤੀ ਨੀਵੀਂ ਜਾਤ ਦੇ ਵਿੱਚੋਂ ਛੱਜੂ ਝੀਵਰ ਨੂੰ ਪਕੜ ਕੇ ਤੇ ਲਾਲ ਚੰਦ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਕੋਲ ਲੈ ਜਾਂਦਾ। ਇਤਿਹਾਸ ਦੱਸਦਾ ਜੀ ਉਹ ਚੰਗੀ ਤਰ੍ਹਾਂ ਵਿਚਾਰਾ ਬੋਲ ਵੀ ਨਹੀਂ ਸੀ ਸਕਦਾ, ਉਹ ਚੰਗੀ ਤਰ੍ਹਾਂ ਸੁਣ ਵੀ ਨਹੀਂ ਸੀ ਸਕਦਾ, ਤੇ ਦੂਜਾ ਉਹ ਗੂੰਗਾ ਬੋਲਾ ਕਿਹੜੇ ਪਾਸਿਓਂ ਸੀ, ਇਹ ਆਪ ਜੀ ਸਮਝ ਗਏ ਹੋਵੋਗੇ ਕਿ ਇਹਨਾਂ ਬਰਾਦਰੀਆਂ ਨੂੰ ਵਿਚਾਰੀਆਂ ਨੂੰ ਰੱਬ ਦਾ ਨਾਂ ਲੈਣ ਦਾ ਅਧਿਕਾਰ ਹੀ ਨਹੀਂ ਸੀ, ਤਾਂ ਵੀ ਗੂੰਗੇ ਸੀ ਇਹ ਵਿਚਾਰੇ, ਜਪ ਹੀ ਨਹੀਂ ਸੀ ਸਕਦੇ। ਬੋਲੇ ਇਸ ਕਰਕੇ ਸੀ, ਸੁਣ ਹੀ ਨਹੀਂ ਸੀ ਸਕਦੇ। ਸ਼ੂਦਰਾਂ ਵਿਚਾਰਿਆਂ ਦੇ ਪੈਰਾਂ ਦੇ ਵਿੱਚ ਘੁੰਗਰੂ ਪਾਏ ਜਾਂਦੇ ਸਨ ਕਿ ਕੋਈ ਸ਼ੂਦਰ ਜਾਂਦਾ ਹੋਵੇ ਤੇ ਪਤਾ ਲੱਗ ਜਾਏ ਕਿਸੇ ਉੱਚੀ ਬਰਾਦਰੀ ਵਾਲੇ ਦੇ ਉੱਤੇ ਉਹਦਾ ਪਰਛਾਵਾਂ ਨਾ ਪੈ ਜਾਏ। ਸ਼ੂਦਰ ਆਉਂਦੇ ਦੇ ਪੈਰਾਂ ਦੇ ਵਿੱਚ ਜਾਂ ਉਹਦੇ ਗਲ ਦੇ ਵਿੱਚ ਟੱਲ ਪਾਇਆ ਹੋਣਾ ਕਿ ਜਦੋਂ ਕੋਈ ਸ਼ੂਦਰ ਆਉਂਦਾ ਆ ਨੀਵੀਂ ਬਰਾਦਰੀ ਦਾ ਤੇ ਉਹਦਾ ਪਤਾ ਲੱਗ ਜਾਏ, ਤਾਂ ਕਿ ਜਿਹੜਾ ਉੱਚ ਜਾਤੀ ਵਾਲਾ ਆ, ਬ੍ਰਾਹਮਣ ਆ, ਉੱਚੀ ਸ਼੍ਰੇਣੀ ਦਾ ਵਾ, ਉਹ ਅੱਗੋਂ ਆਸੇ ਪਾਸੇ ਹੋ ਜਾਏ, ਆਪਣੇ ਆਪ ਨੂੰ ਸੰਭਾਲ ਲਵੇ, ਉਹਦੇ ਤੇ ਪਰਛਾਵਾਂ ਨਾ ਪੈ ਜਾਏ। ਇਹ ਹਾਲਾਤ ਸੀ ਉਸ ਵੇਲੇ ਦੀ। ਇਹ ਗੂੰਗਾ ਆ, ਬੋਲਾ ਆ, ਸਰੀਰਕ ਤੌਰ ਤੇ ਵੀ ਅਪਾਹਜ ਆ ਵਿਚਾਰਾ, ਤੇ ਇਹਨਾਂ ਦੀ ਬਰਾਦਰੀ ਵੀ ਅਪਾਹਜ ਆ। ਉਹ ਨਾ ਰੱਬ ਦਾ ਨਾਂ ਲੈ ਸਕਦੀ ਆ, ਨਾ ਸੁਣ ਸਕਦੀ ਆ ਜੀ। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਾਹਮਣੇ ਲਿਆ ਕੇ ਉਹਨੂੰ ਖਿਲਾਰਿਆ ਤੇ ਕਹਿੰਦੇ ਜੀ ਇਹਦੇ ਤੋਂ ਕਰਵਾਓ। ਲਾਲ ਚੰਦ ਕਹਿੰਦਾ ਇਹਦੇ ਤੋਂ ਕਰਵਾਓ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਗੀਤਾ ਦੇ ਅਰਥ ਸੁਣਨੇ ਆ। ਕਹਿੰਦਾ ਜੀ ਬਿਲਕੁਲ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਇੱਥੇ ਸੰਗਤ ਵਿੱਚ ਬਹਿ ਜਾ। ਕਹਿਣ ਲੱਗਾ ਮੈਂ ਇਹਨਾਂ ਲੋਕਾਂ ਦੇ ਨਾਲ ਕਿਉਂ ਬਵਾਂ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਜਦੋਂ ਕੁਝ ਸੁਣਨਾ ਹੋਵੇ ਨਾ ਕਿਸੇ ਦੇ ਕੋਲੋਂ, ਉਦੋਂ ਫਿਰ ਨੀਵੇਂ ਥਾਂ ਤੇ ਬਹਿਣਾ ਪੈਂਦਾ ਹੈ, ਬਹਿ ਕੇ ਸੁਣਿਆ ਜਾਂਦਾ ਹੈ। ਇਹ ਬਹਿ ਗਿਆ ਥੱਲੇ ਕਿਉਂਕਿ ਇਹਨੂੰ ਪਤਾ ਸੀ ਇਹਦੇ ਕੋਲੋਂ ਕਿਹੜੇ ਅਰਥ ਹੋਣੇ ਆ, ਤੇ ਮੈਂ ਹੁਣੇ ਉੱਠ ਕੇ ਤਾੜੀ ਮਾਰ ਕੇ ਹੱਸ ਪਵਾਂਗਾ ਤੇ ਗੁਰੂ ਘਰ ਦੀ ਨਰਾਦਰੀ ਹੋ ਜਾਏਗੀ। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪੰਡਿਤ ਲਾਲ ਚੰਦ ਨੂੰ ਤੇ ਬਿਠਾਤਾ ਨੀਵੀਂ ਥਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਛੱਜੂ ਝੀਵਰ ਨੂੰ ਪਕੜ ਕੇ ਲੈ ਕੇ ਆਇਆ ਸੀ ਨਾ ਲਾਲ ਚੰਦ, ਸਤਿਗੁਰੂ ਸਾਹਿਬ ਮਹਾਰਾਜ ਜਿੱਥੇ ਆਪ ਉੱਚੀ ਥਾਂ ਤੇ ਬੈਠੇ ਹੋਏ ਸਨ, ਮੇਰੇ ਪਾਤਸ਼ਾਹ ਨੇ ਉਹਨੂੰ ਆਪਣੇ ਕੋਲ ਬਿਠਾ ਲਿਆ। ਉਹ ਪੰਡਤ ਉੱਠ ਕੇ ਰੌਲਾ ਪਾਉਣ ਲੱਗ ਪਿਆ। ਉਹ ਕਹਿਣ ਲੱਗਾ ਕਿ ਇਹ ਨੀਵੀਂ ਜਾਤ ਆ, ਮੈਨੂੰ ਤੁਸਾਂ ਨੀਵੀਂ ਥਾਂ ਤੇ ਬਿਠਾਇਆ ਤੇ ਇਹਨੂੰ ਉੱਚੇ ਥਾਂ ਤੇ, ਇਹ ਤੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਆ। ਇਹਨੂੰ ਤੇ ਆਪਾਂ ਰੱਬੀ ਬਾਣੀ ਚੋਂ ਪੜ੍ਹਦੇ ਆ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ ਮਾਥਾ ਛਤਰ ਧਰੇ। ਫਿਰ ਆਪਾਂ ਰੱਬੀ ਬਾਣੀ ਚੋਂ ਪੜ੍ਹਦੇ ਆ, ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਟਰੈ। ਸਤਿਗੁਰੂ ਸਾਹਿਬ ਮਹਾਰਾਜ ਨੇ ਉਸ ਨੀਵੇਂ ਦੀ ਬਾਹ ਪਕੜੀ, ਉਹਨੂੰ ਆਪਣੇ ਕੋਲ ਬਿਠਾਇਆ ਤੇ ਪੰਡਤ ਜੀ ਕਹਿੰਦੇ ਇਹਨੂੰ ਉੱਚੀ ਥਾਂ ਕਿਉਂ ਬਹਾਇਆ ਹੈ। ਸਤਿਗੁਰੂ ਕਹਿੰਦੇ ਹੁਣ ਤੂੰ ਚੁੱਪ ਕਰਕੇ ਬਹਿ ਕੇ ਨਾ ਇਹਦੇ ਕੋਲੋਂ ਗੀਤਾ ਦੇ ਅਰਥ ਸੁਣ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਸ ਝੀਵਰ ਦੇ ਸੀਸ ਤੇ ਆਪਣੀ ਮਿਹਰ ਦੀ ਛੜੀ ਰੱਖੀ। ਜਿਹੜਾ ਬੋਲ ਨਹੀਂ ਸਕਦਾ, ਜਿਹੜਾ ਸੁਣ ਨਹੀਂ ਸਕਦਾ, ਜਿਹਦੀ ਬਰਾਦਰੀ ਨੂੰ ਅਧਿਕਾਰ ਹੀ ਨਹੀਂ ਆ ਉਸ ਪਰਮੇਸ਼ਰ ਦੇ ਨਾਮ ਦੀ ਗੱਲ ਕਰਨ ਦਾ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਰਹਿਮਤ ਦੀ ਛੜੀ ਰੱਖੀ, ਮੇਰੇ ਪਾਤਸ਼ਾਹ ਕਹਿੰਦੇ ਛੱਜੂ, ਇਹ ਬ੍ਰਾਹਮਣ ਨੂੰ ਗੀਤਾ ਦੇ ਅਰਥ ਨਹੀਂ ਆਉਂਦੇ, ਇਹ ਪੰਡਤ ਜੀ ਗੀਤਾ ਦੇ ਅਰਥ ਸੁਣਨਾ ਚਾਹੁੰਦੇ, ਇਹਨਾਂ ਨੂੰ ਅਰਥ ਕਰਕੇ ਸੁਣਾਓ। ਤੇ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਦੋਂ ਮਿਹਰ ਦੀ ਛੜੀ ਰੱਖੀ ਤੇ ਉਸ ਵੇਲੇ ਛੱਜੂ ਝੀਵਰ ਨੇ ਜਿਹੜਾ ਸ਼ਲੋਕ, ਇਹ ਸਾਡੀ ਤਰਾਸਦੀ ਆ ਕਿ ਅਜੇ ਤੱਕ ਅਸੀਂ ਖੋਜ ਕਰਕੇ ਉਹ ਸ਼ਲੋਕ ਲੱਭ ਨਹੀਂ ਸਕੇ ਕਿ ਗੀਤਾ ਦੇ ਵਿੱਚੋਂ ਕਿਹੜਾ ਸ਼ਲੋਕ ਸੀ ਜਿਹੜਾ ਉਸ ਛੱਜੂ ਝੀਵਰ ਨੇ ਜਿਹਦੇ ਅਰਥ ਸੁਣਨੇ ਚਾਹੇ ਤੇ ਛੱਜੂ ਝੀਵਰ ਨੇ ਜਿਹਦੇ ਅਰਥ ਕੀਤੇ ਲਾਲ ਚੰਦ ਨੂੰ ਸਮਝਾਉਣ ਦੇ ਲਈ। ਛੱਜੂ ਝੀਵਰ ਨੇ ਜਦੋਂ ਗੀਤਾ ਦੇ ਅਰਥ ਕੀਤੇ, ਜਿਹੜਾ ਕਦੇ ਉੱਚੀ ਬੋਲਿਆ ਨਹੀਂ ਸੀ, ਅੱਜ ਜਦੋਂ ਉਹਨੂੰ ਬੋਲਦਿਆਂ ਵੇਖਿਆ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਕਿਰਪਾ ਦੇ ਨਾਲ ਲਾਲ ਚੰਦ ਪਾਣੀਓ ਪਾਣੀ ਹੋਇਆ, ਉਹਦੇ ਮੱਥੇ ਤੇ ਤਰੇਲੀਆਂ। ਜਦੋਂ ਗੀਤਾ ਦੇ ਅਰਥ, ਸ਼ਲੋਕ ਦੇ ਅਰਥ ਕੀਤੇ ਛੱਜੂ ਝੀਵਰ ਨੇ, ਉਹ ਲਾਲ ਚੰਦ ਪੰਡਤ ਉੱਠਿਆ ਜੀ। ਉਹ ਜਦੋਂ ਉੱਠਿਆ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹਨੇ ਨਮਸਕਾਰ ਕੀਤੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਦੁੱਤੀ ਤਾਕਤ ਤੇ ਹਰ ਪ੍ਰਕਾਰ ਸਮਰੱਥ ਜਾਣਦਿਆਂ ਹੋਇਆਂ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੀਆਂ ਚਰਨਾਂ ਦੇ ਵਿੱਚ ਨਮਸਕਾਰ ਕਰ ਦਿੱਤੀ, ਤੇ ਇੱਥੋਂ ਤੱਕ ਇਤਿਹਾਸ ਦਾ ਹਵਾਲਾ ਹੈ ਕਿ ਉਹਨੇ ਆਪਣਾ ਭੇਸ ਜਿਹੜਾ ਸੀ ਨਾ, ਜਨੇਊ ਵੀ ਲਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਆਖਿਆ ਪਾਤਸ਼ਾਹ ਹੁਣ ਕਿਰਪਾ ਕਰ ਦਿਓ, ਬਸ ਮੈਨੂੰ ਆਪਣਾ ਸਿੱਖ ਬਣਾ ਲਓ। ਇਹ ਅਜ਼ਮਤ ਆ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ, ਜਿਨ੍ਹਾਂ ਬਾਰੇ ਧੰਨ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਉਹ ਚਾਹੇ ਹੰਕਾਰ ਦਾ ਹੀ ਦੁੱਖ ਸੀ ਲਾਲ ਚੰਦ ਦੇ ਕੋਲ, ਉਹ ਵੀ ਦੂਰ ਕਰਤਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ।
ਸੰਗਤ ਵਾਹ-ਵਾਹ ਕਰਨ ਲੱਗ ਪਈ। ਤੇ ਮੈਂ ਲਾਲ ਚੰਦ ਬਾਰੇ ਥੋੜ੍ਹਾ ਜਿਹਾ ਦੱਸਦਾ ਕਿ ਇਹ ਲਾਲ ਚੰਦ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਨਾਲ ਗਿਆ, ਸਿੱਖ ਬਣਿਆ, ਦਿੱਲੀ ਦੀ ਧਰਤੀ ਤੇ ਨਾਲ ਗਿਆ। ਉੱਥੋਂ ਸਤਿਗੁਰਾਂ ਨੇ ਜਦੋਂ ਇਸ਼ਾਰਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਵੱਲ ਕਰ ਦਿੱਤਾ, ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਪਹੁੰਚਿਆ। ਜਦੋਂ ਸਮਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਆਇਆ ਤੇ ਉਸ ਵੇਲੇ ਫਿਰ ਇਹ ਲਾਲ ਚੰਦ ਨੇ ਕਲਗੀਧਰ ਸਤਿਗੁਰਾਂ ਦੇ ਸਮੇਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ। ਕੱਲਾ ਸਿੰਘ ਹੀ ਨਹੀਂ ਸਜਿਆ, ਸਗੋਂ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ 10 ਲੱਖ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਸੀ, ਉਹਨਾਂ 40 ਦੇ ਵਿੱਚ ਇਹ ਲਾਲ ਚੰਦ ਵੀ ਸੀ, ਜਿਹੜਾ ਕਦੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਪਰਖ ਕਰਨ ਵਾਸਤੇ ਆਇਆ ਸੀ। ਇਹ ਵਡਿਆਈ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ। ਇਹ ਵਡਿਆਈ ਆ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਦੀ। ਉਹ ਲਾਲ ਚੰਦ ਜਿਹੜਾ ਕਦੇ ਗੁਰੂ ਦੀ ਪ੍ਰੀਖਿਆ ਕਰਨ ਵਾਸਤੇ ਆਉਂਦਾ ਹੈ, ਸਤਿਗੁਰੂ ਦੀ ਐਸੀ ਰਹਿਮਤ ਕਰਦੇ ਆ, ਉਹ ਫਿਰ ਗੁਰੂ ਘਰ ਦਾ ਹੀ ਹੋ ਕੇ ਰਹਿ ਜਾਂਦਾ ਆ, ਉਹ ਫਿਰ ਵਾਪਸ ਮੁੜਦਾ ਨਹੀਂ। ਆਪਣੇ ਪ੍ਰਾਣ ਤੱਕ ਗੁਰੂ ਘਰ ਦੇ ਲਈ ਨਿਸ਼ਾਵਰ ਕਰ ਦਿੰਦਾ ਆ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਫਿਰ ਛੱਜੂ ਚੀਵਰ ਤੇ ਰਹਿਮਤ ਕਰਦਿਆਂ ਹੋਇਆਂ ਤਮਾਮ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਤੇ ਸਤਿਗੁਰੂ ਜੀ ਦਿੱਲੀ ਦੀ ਧਰਤੀ ਤੇ ਜਾ ਪਹੁੰਚਦੇ ਆ। ਇੱਧਰ ਦਿੱਲੀ ਦਾ ਰਾਜਾ ਜੈ ਸਿੰਘ ਸੱਦਿਆ ਤੇ ਔਰੰਗਜ਼ੇਬ ਬਾਦਸ਼ਾਹ ਨੇ ਸੀ। ਹੁਣ ਔਰੰਗਾ ਆਪਣੇ ਤਰੀਕੇ ਦੇ ਨਾਲ ਪਰਖ ਕਰਵਾਉਣੀ ਚਾਹੁੰਦਾ ਹੈ ਰਾਜਾ ਜੈ ਸਿੰਘ ਦੇ ਕੋਲੋਂ। ਰਾਜਾ ਜੈ ਸਿੰਘ ਨੂੰ ਔਰੰਗਜ਼ੇਬ ਬਾਦਸ਼ਾਹ ਕਹਿੰਦਾ, ਤੂੰ ਹੁਣ ਇਵੇਂ ਕਰ, ਇੰਨੀ ਛੋਟੀ ਜੀ ਆਯੂ ਦੇ ਗੁਰੂ ਕਿਵੇਂ ਹੋ ਸਕਦੇ? ਤੂੰ ਪਰਖ ਕਰਕੇ ਦੱਸ ਕਿ ਵਾਕਿਆ ਕੋਈ ਗੱਲਬਾਤ ਹੈ ਕਿ ਨਹੀਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵਿੱਚ। ਬਾਬਾ ਰਾਮ ਰਾਏ ਕਿਤੇ ਠੀਕ ਤੇ ਨਹੀਂ ਆਖਦਾ। ਕੇਵਲ ਗੁਰੂ ਹਰਿ ਸਾਹਿਬ ਨੇ ਬਾਬੇ ਰਾਮ ਰਾਏ ਨੂੰ ਗੱਦੀ ਨਾ ਦੇਣ ਕਰਕੇ ਤੇ ਗੱਦੀ ਨਹੀਂ ਦਿੱਤੀ, ਕਿ ਵਾਕਿਆ ਕੋਈ ਅਜ਼ਮਤ ਹੈ ਉਹਨਾਂ ਵਿੱਚ, ਵਾਕਿਆ ਹੀ ਉਹ ਲਾਇਕ ਨੇ ਇੰਨੀ ਛੋਟੀ ਆਯੂ ਦੇ ਵਿੱਚ। ਇੱਥੇ ਫਿਰ ਜਿਹੜਾ ਰਾਜਾ ਜੈ ਸਿੰਘ ਸੀ, ਉਹਨੇ ਕੀ ਕੀਤਾ, ਉਹਦੇ ਮਨ ਵਿੱਚ ਵੀ ਸ਼ੰਕਾ ਪੈਦਾ ਹੋ ਗਿਆ। ਇਹਨੇ ਵੀ ਪਰਖ ਕਰਨੀ ਚਾਹੀ। ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਕੈਸੇ ਕੈਸੇ ਲੋਕ ਜਿਹੜੇ ਆਪ ਜੀ ਦੀ ਪਰਖ ਕਰਦੇ ਰਹੇ, ਆਪ ਜੀ ਦੀ ਹਮੇਸ਼ਾ ਪਰਖ ਹੀ ਕਰਦੇ ਰਹੇ, ਪਰ ਤੁਹਾਡੇ ਚਰਨਾਂ ਵਿੱਚ ਢਹਿ ਪੈਣ ਵਾਲਾ ਉਹਦਾ ਬੇੜਾ ਪਾਰ ਹੋ ਗਿਆ। ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਦੀ ਧਰਤੀ ਤੇ ਪਹੁੰਚੇ। ਰਾਜਾ ਜੈ ਸਿੰਘ ਨੇ ਬੜਾ ਮਾਣ, ਬੜਾ ਅਦਬ, ਬੜਾ ਸਤਿਕਾਰ ਕੀਤਾ ਤੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਵਾਸਤੇ ਰਾਜਾ ਜੈ ਸਿੰਘ ਨੇ ਚਾਂਦੀ ਦੀ ਇੱਕ ਟਰੇ, ਇੱਕ ਪਲੇਟ ਦੇ ਵਿੱਚ ਕਈ ਕੀਮਤੀ ਸੁਗਾਤਾਂ ਰੱਖੀਆਂ, ਗੁਰੂ ਜੀ ਨੂੰ ਭੇਟ ਕੀਤੀਆਂ। ਸਤਿਗੁਰੂ ਨੇ ਉਹ ਸਾਰੀਆਂ ਗਰੀਬਾਂ 'ਚ ਵੰਡਤੀਆਂ ਉਸੇ ਵੇਲੇ ਹੀ। ਜਿਹੜੇ ਦਰਸ਼ਨ ਦੀਦਾਰ ਕਰਨ ਵਾਸਤੇ ਕੋਈ ਲੋੜਵੰਦ ਵੀ ਆਏ ਸੀ, ਸਤਿਗੁਰਾਂ ਨੇ ਉਹ ਸਾਰਾ ਕੁਝ ਹੀ ਉਹਨਾਂ ਨੂੰ, ਜਿਹੜਾ ਰਾਜੇ ਜੈ ਸਿੰਘ ਨੇ ਭੇਟ ਕੀਤਾ ਸੀ, ਸਾਰਾ ਕੁਝ ਹੀ ਵੰਡਤਾ ਉਹਨਾਂ ਸਾਰਿਆਂ ਦੇ ਵਿੱਚ। ਹੁਣ ਸਤਿਗੁਰੂ ਜੀ ਇੱਥੇ ਜਦੋਂ ਬਿਰਾਜਮਾਨ ਹੋਏ, ਠਹਿਰਨ ਦਾ ਇੰਤਜ਼ਾਮ ਇਹਦੇ ਬੰਗਲੇ ਵਿੱਚ ਹੀ ਸੀ। ਉਸੇ ਨੂੰ ਆਪਾਂ, ਉਸ ਪਾਵਨ ਸਥਾਨ ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਆਖਦੇ ਹਾਂ। ਹੁਣ ਰਾਜਾ ਜੈ ਸਿੰਘ ਨੇ ਕੀ ਕੀਤਾ ਜੀ, ਰਾਜਾ ਜੈ ਸਿੰਘ ਨੇ ਪਰਖ ਕਰਨ ਵਾਸਤੇ ਨਾ ਆਪਣੀਆਂ ਰਾਣੀਆਂ ਨੂੰ ਕਹਿੰਦਾ, ਆਪਣੀ ਰਾਣੀ ਨੂੰ, ਪਟਰਾਣੀ ਨੂੰ ਕਹਿੰਦਾ ਕਿ ਤੂੰ ਏਦਾਂ ਕਰ, ਤੂੰ ਵਸਤਰ ਪਾ ਲੈ ਗੋਲੀਆਂ ਵਾਲੇ, ਤੂੰ ਗੋਲੀਆਂ ਵਾਲੇ ਵਸਤਰ ਪਾ ਲੈ। ਸਤਿਗੁਰੂ ਵਿੱਚ ਕਿੰਨੀ ਕੁ ਤਾਕਤ ਆ, ਇਹ ਆਪਾਂ ਵੇਖਦੇ ਹਾਂ। ਜੇ ਤੇ ਸਤਿਗੁਰੂ ਜੀ ਨੇ ਤੇਰੀ ਪਛਾਣ ਕਰ ਲਈ, ਗੋਲੀ ਨੂੰ ਰਾਣੀ ਵਾਲੇ ਭੇਸ ਵਿੱਚ ਬਿਠਾ ਦਿੱਤਾ ਤੇ ਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪਾ ਕੇ ਬਿਠਾ ਦਿੱਤਾ। ਜੇ ਸਤਿਗੁਰਾਂ ਨੇ ਤੈਨੂੰ ਪਹਿਚਾਣ ਲਿਆ ਤੇ ਫਿਰ ਆਪਾਂ ਜਾਣਾਂਗੇ ਕਿ ਸਤਿਗੁਰਾਂ ਦੇ ਵਿੱਚ ਬੜੀ ਅਜ਼ਮਤ ਹੈ, ਨਹੀਂ ਤੇ ਪਤਾ ਲੱਗ ਜਾਏਗਾ। ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਇੱਕ ਕਤਾਰ ਦੇ ਵਿੱਚ ਗੋਲੀਆਂ ਵੀ ਬਹਿ ਗਈਆਂ ਤੇ ਰਾਣੀ ਵੀ ਗੋਲੀਆਂ ਵਾਲੇ ਵਸਤਰ ਪਾ ਕੇ ਬਹਿ ਗਈ। ਹੁਣ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਰਾਜਾ ਜੈ ਸਿੰਘ ਕਿ ਸਤਿਗੁਰੂ ਦੱਸਿਓ ਇਹਨਾਂ ਚੋਂ ਰਾਣੀ ਕਿਹੜੀ ਆ, ਪਟਰਾਣੀ ਕਿਹੜੀ ਆ ਮੇਰੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਫਿਰ ਉਹ ਛੜੀ ਜਿਹੜੀ ਹਰ ਵੇਲੇ ਉਹ ਆਪਣੇ ਪਾਸ ਰੱਖਦੇ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹ ਇੱਕ ਇੱਕ ਦੇ ਸਿਰ ਤੇ ਰੱਖੀ ਜਾਂਦੇ ਆ ਤੇ ਸਭ ਤੋਂ ਪਹਿਲਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਉਸ ਰਾਣੀ ਦੇ ਕੋਲ ਹੀ ਜਾਂਦੇ ਆ। ਸਾਰਿਆਂ ਤੋਂ ਪਹਿਲਾਂ ਉਸ ਰਾਣੀ ਦੇ ਪਾਸ ਸਤਿਗੁਰੂ ਸਾਹਿਬ ਮਹਾਰਾਜ ਜਾ ਕੇ ਕਹਿੰਦੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਧੀਏ ਰਾਣੀ ਬਣਾਇਆ, ਰਾਣੀ ਵੱਡਿਆਂ ਭਾਗਾਂ ਦੇ ਨਾਲ ਰਾਜ ਭਾਗ ਮਿਲਿਆ ਤੇ 7 ਜਨਾਂ ਦੀ ਪ੍ਰੀਖਿਆ ਨਹੀਂ ਕਰੀਦੀ ਹੁੰਦੀ, ਪਰਖ ਨਹੀਂ ਕਰੀਦੀ ਹੁੰਦੀ। ਜਦੋਂ ਇਹ ਬੋਲ ਆਖ ਦਿੱਤੇ ਸਤਿਗੁਰੂ ਸਾਹਿਬ ਮਹਾਰਾਜ ਨੇ ਤੇ ਫਿਰ ਉਸ ਗੋਲੀ ਦੇ ਪਾਸ ਗਏ। ਬੜੇ ਧਿਆਨ ਨਾਲ ਆਹ ਗੱਲ ਸੁਣਿਓ। ਜਦੋਂ ਉਸ ਗੋਲੀ ਦੇ ਪਾਸ ਗਏ ਨਾ ਜੀ, ਤੇ ਗੋਲੀ ਦੇ ਪਾਸ ਜਾ ਕੇ ਮੇਰੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿਣ ਲੱਗੇ ਅੱਜ ਮਨ ਦੀ ਤਮੰਨਾ ਪੂਰੀ ਹੋ ਗਈ। ਜਿਹੜੀ ਗੋਲੀ ਰਾਣੀਆਂ ਵਾਲੇ ਭੇਸ ਦੇ ਵਿੱਚ ਬੈਠੀ ਸੀ ਨਾ, ਰਾਣੀ ਦੇ ਕੱਪੜੇ ਪਾ ਕੇ, ਸਤਿਗੁਰੂ ਜੀ ਉਹਦੇ ਪਾਸ ਜਾ ਕੇ ਕਹਿੰਦੇ ਅੱਜ ਮਨ ਦੀ ਤਮੰਨਾ ਰੀਝ ਪੂਰੀ ਹੋ ਗਈ ਕਿ ਹੈ ਕੋਈ ਹੋਰ ਵੀ। ਅਗਲਾ ਬੋਲ ਸਤਿਗੁਰਾਂ ਜੇ ਕਿਹਾ ਨਹੀਂ ਤੇ ਪਹਿਲਾਂ ਹੀ ਚਰਨਾਂ ਦੇ ਉੱਤੇ ਢਹਿ ਕੇ ਸਤਿਗੁਰੂ ਸਾਹਿਬ ਮਹਾਰਾਜ ਨੂੰ ਕਹਿੰਦੀ ਪਾਤਸ਼ਾਹ ਜੀ ਬੜੀ ਕਿਰਪਾ ਕੀਤੀ ਆ ਤੁਸੀਂ, ਮੈਂ ਤੇ ਨਿਤ ਫਰਿਆਦਾ ਕਰਦੀ ਸਾਂ, ਨਿਤ ਅਰਦਾਸਾਂ ਕਰਦੀ ਸਾਂ ਸਤਿਗੁਰੂ ਸੱਚੇ ਪਾਤਸ਼ਾਹ,
ਹੇ ਅਕਾਲ ਪੁਰਖ ਵਾਹਿਗੁਰੂ, ਹਮੇਸ਼ਾ ਇਹਨਾਂ ਰਾਣੀਆਂ ਦੇ ਲੱਥੇ ਹੋਏ ਵਸਤਰ ਹੀ ਪਾਉਣ ਵਾਸਤੇ ਮਿਲਦੇ ਆ। ਕਦੇ ਮੇਰੇ ਵੀ ਤਤੜੀ ਦੇ ਵਿੱਚ ਕੋਈ ਐਸਾ ਸਮਾਂ ਆਏਗਾ ਕਿ ਮੈਂ ਵੀ ਰਾਣੀ ਬਣ ਕੇ ਬਵਾਂਗੀ। ਪਾਤਸ਼ਾਹ, ਤੁਹਾਡਾ ਆਉਣਾ ਸੁਣਿਆ, ਤੁਹਾਡੇ ਘਰ ਬਾਰੇ ਸੁਣਿਆ ਸੀ ਕਿ ਆਪ ਜੀ ਜੋ ਕੋਈ ਮੂੰਹੋਂ ਮੰਗਦਾ ਉਹਦੀ ਝੋਲੀ ਚੋਂ ਦਾਤ ਪਾ ਦਿੰਦੇ ਹੋ। ਤੇ ਪਾਤਸ਼ਾਹ, ਅੱਜ ਮੈਂ ਵੀ ਅਰਦਾਸ ਕੀਤੀ ਸੀ ਸਾਹਿਬਾ, ਇੰਨੇ ਚਿਰ ਦੀਆਂ ਅਰਦਾਸਾਂ ਕਰ ਰਹੀਆਂ, ਮੇਰੇ ਤੇ ਕਿਰਪਾ ਕਰਕੇ ਤੇ ਮੈਂ ਵੀ ਰਾਣੀ ਬਣਾਂਗੀ। ਤੇ ਅੱਜ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਤੋਂ ਵਾਰੇ-ਵਾਰੇ ਜਾਂਦੀ ਹਾਂ ਕਿ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਕੇਵਲ ਇੱਥੇ ਆਉਣ ਦੇ ਨਾਲ ਹੀ ਸਤਿਗੁਰੂ ਸਾਹਿਬ ਮਹਾਰਾਜ ਜੀ, ਅੱਜ ਮੈਨੂੰ ਰਾਣੀ ਬਣਨ ਦਾ ਸੁਭਾਗ ਪ੍ਰਾਪਤ ਹੋ ਗਿਆ। ਕਿਉਂਕਿ ਰਾਣੀ ਨੇ ਆਪਣੀ ਥਾਂ ਤੇ ਬਿਠਾ ਦਿੱਤਾ ਨਾ ਉਹਨੂੰ ਵਸਤਰ ਪਾ ਕੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਿਹੜਾ ਬੋਲ ਕਿਹਾ, ਧਿਆਨ ਨਾਲ ਸੁਣਿਓ। ਪਾਤਸ਼ਾਹ ਕਹਿੰਦੇ, ਜੇ ਇਸੇ ਤਰ੍ਹਾਂ ਉਸ ਇੱਕ ਦਾਤੇ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰੇਂਗੀ ਧੀਏ, ਇੱਕ ਦਿਨ ਰਾਣੀ ਵੀ ਜ਼ਰੂਰ ਬਣ ਜਾਏਗੀ। ਜਿਵੇਂ ਤੇਰੇ ਮਨ ਦੀ ਇੱਛਾ ਅੱਜ ਪੂਰੀ ਹੋ ਗਈ ਆ ਨਾ, ਤੂੰ ਕੇਵਲ ਵਸਤਰਾਂ ਤੱਕ ਆਖਿਆ ਸੀ ਕਿ ਅਸੀਂ ਵੀ ਕਿਤੇ ਰਾਣੀਆਂ ਵਾਲੇ ਨਵੇਂ ਵਸਤਰ ਪਾਵਾਂਗੇ, ਤੇ ਤੈਨੂੰ ਨਵੇਂ ਵਸਤਰ ਪ੍ਰਾਪਤ ਹੋ ਗਏ। ਤੇ ਇਹ ਦਰ ਏਦਾਂ ਦਾ ਹੈ, ਜਿੱਥੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾਂ ਊਹਾਂ ਸੱਚ ਹੋਵੈ। ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਇਸ ਘਰੋਂ ਜੋ ਮੰਗਿਆ ਜਾਏ ਜੀ, ਉਹ ਪ੍ਰਾਪਤ ਹੋ ਜਾਂਦਾ ਆ। ਸਤਿਗੁਰੂ ਸਾਹਿਬ ਮਹਾਰਾਜ ਨੇ ਰਾਣੀ ਨੂੰ ਵੀ ਸਮਝਾਇਆ ਕਿ ਜੇ ਪਰਮੇਸ਼ਰ ਨੇ ਦਾਤ ਦਿੱਤੀ ਹੈ ਨਾ, ਤੇ ਦਾਤ ਨੂੰ ਸੰਭਾਲੀਦਾ ਹੈ। ਸਾਧ ਜਨਾਂ ਦੀਆਂ, ਪਰਮੇਸ਼ਰ ਦੀ ਭਗਤੀ ਕਰਨ ਵਾਲਿਆਂ ਦੀਆਂ ਪ੍ਰੀਖਿਆ ਨਹੀਂ ਕਰੀਦੀਆਂ। ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮਾਂ ਦਿੱਲੀ ਦੀ ਧਰਤੀ ਤੇ ਰਹਿੰਦੇ ਆ। ਔਰੰਗਜ਼ੇਬ ਬਾਦਸ਼ਾਹ ਨੇ ਬੜਾ ਜੱਦੋ-ਜਹਿਦ ਕੀਤੀ, ਬੜਾ ਯਤਨ ਕੀਤਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਮਿਲਣ ਦਾ। ਪਰ ਸੂਰਜ ਪ੍ਰਕਾਸ਼ ਦੇ ਵਿੱਚ ਵੀ ਇਹ ਬੋਲ ਲਿਖਿਆ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਹੋਏ ਸਮੀਪ ਤਿਸ ਕੋ ਨਹਿ ਲੈ ਹੈ। ਇਹੀ ਨੇਮ ਪਿਤ ਕੀਨ ਹਮਾਰੇ, ਤਿਸ ਪ੍ਰਕਾਰ ਹਮ ਪੀ ਉਰ ਧਾਰੇ। ਅਟਲ ਸੁਮੇਰ ਟਲੈ ਨਹਿ ਜੈਸੇ, ਸਤਿਗੁਰ ਬਾਕ ਅਚਲ ਨਿਤ ਤੈਸੇ। ਕਹਿਣ ਲੱਗੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਬੋਲ ਸੀ, ਇਸ ਕਰਕੇ ਅਸੀਂ ਨਹੀਂ ਮਿਲ ਸਕਦੇ। ਤੇ ਬੰਸਾਵਲੀ ਨਾਮੇ ਦਾ ਕਰਤਾ ਵੀ ਲਿਖਦਾ ਆ ਕਿ ਇਹ ਬਚਨ ਹੋਇਆ, ਔਰੰਗਾ ਚੜ ਆਇਆ, ਸਾਹਿਬ ਸੁਣਦੇ ਹੀ ਬੂਹਾ ਬੰਦ ਕਰਵਾਇਆ। ਅੱਧੀ ਘੜੀ ਬੂਹੇ ਤੇ ਔਰੰਗਾ ਖੜਾ ਰਿਹਾ। ਅੱਧੀ ਘੜੀ ਔਰੰਗਜ਼ੇਬ ਬਾਦਸ਼ਾਹ ਰਾਜਾ ਜੈ ਸਿੰਘ ਦੇ ਘਰ ਮਿਲਣ ਆਇਆ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ, ਪਰ ਆਪਣੇ ਪਿਤਾ ਸਾਹਿਬ ਦੀਆਂ ਬੋਲਾਂ ਨੂੰ ਪੂਰੇ ਕਰਦਿਆਂ ਹੋਇਆਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਰਵਾਜ਼ਾ ਬੰਦ ਕਰਵਾ ਲਿਆ। ਤੇ ਅੱਧੀ ਘੜੀ ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਲੋਚਾ ਲੈ ਕੇ ਦਰਵਾਜ਼ੇ ਤੇ ਖਲੋਤਾ ਰਿਹਾ। ਪਰ ਸਤਿਗੁਰੂ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਸਾਹਿਬ ਦਾ ਬੋਲ, ਇੱਥੇ ਖਿਆਲ ਰੱਖਿਓ, ਡਰਦੇ ਨਹੀਂ ਆ ਉਹਦੇ ਤੋਂ, ਕੇਵਲ ਆਪਣੇ ਪਿਤਾ ਸਾਹਿਬ ਦਾ ਕੀਤਾ ਹੋਇਆ ਬੋਲ ਪੂਰਾ ਕਰਨ ਦੇ ਲਈ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਔਰੰਗੇ ਨੂੰ ਨਹੀਂ ਦਿੱਤੇ ਆਪਣੇ ਦੀਦਾਰ। ਵਾਰ-ਵਾਰ ਔਰੰਗਾ ਕਹਿ ਰਿਹਾ ਸੀ ਕਿ ਮੇਰੇ ਹੈ ਚਾਹ ਦੀਦਾਰ, ਮੈਂ ਆਪ ਚਲ ਆਇਆ ਹਾਂ ਫਕੀਰ ਦਰਬਾਰ, ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹਾਂ। ਪਰ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਦੀਦਾਰ ਨਹੀਂ ਦਿੱਤੇ। ਕੇਵਲ ਦਿੱਲੀ ਦੀ ਸੰਗਤ ਤੇ ਦਿੱਲੀ ਦੀ ਵਿੱਚ ਜਿਹੜਾ ਚੇਚਕ ਦਾ ਰੋਗ ਫੈਲਿਆ ਹੋਇਆ ਸੀ, ਉਸ ਕਾਰਨ ਕਰਕੇ ਹੀ ਸਤਿਗੁਰੂ ਸਾਹਿਬ ਮਹਾਰਾਜ ਜੀ ਦਿੱਲੀ ਦੀ ਧਰਤੀ ਤੇ ਆਏ ਸਨ। ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਉਹਨਾਂ ਦੁਖੀਆਂ ਦੁਖਿਆਰਿਆਂ ਦੀ ਸੇਵਾ ਦੇ ਵਿੱਚ ਲੱਗੇ। ਤਕਰੀਬਨ 7.5 8 ਸਾਲ ਦੀ ਆਯੂ ਦੇ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਤਮਾਮ ਸਿੱਖ ਸੰਗਤਾਂ ਦੀ, ਹੋਰ ਲੋਕਾਂ ਦੀ ਸੇਵਾ ਕੀਤੀ। ਤੇ ਦਿੱਲੀ ਦੀ ਧਰਤੀ ਦਾ ਉਹ ਰੋਗ ਸਾਹਿਬਾਂ ਨੇ ਆਪਣੇ ਪਿੰਡੇ ਤੇ ਲੈ ਲਿਆ ਤੇ ਤਮਾਮ ਦੁਨੀਆ ਦੀ ਬੰਦ ਖਲਾਸੀ ਕਰਵਾਈ। ਸਾਰਿਆਂ ਦੇ ਰੋਗ ਮੇਰੇ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਦੂਰ ਕੀਤੇ। ਸਾਰਿਆਂ ਰੋਗੀਆਂ ਦੇ ਰੋਗ ਦੂਰ ਕਰ ਦਿੱਤੇ, ਉਹਨਾਂ ਦੇ ਕੋੜ ਦੂਰ ਕਰ ਦਿੱਤੇ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਫਿਰ ਅਖੀਰ 25 ਮਾਰਚ ਸੰਨ 1664 ਈਸਵੀ ਨੂੰ ਆਪ ਜੀ ਨੂੰ ਬੁਖਾਰ ਚੜ੍ਹਿਆ। 2 ਕੁ ਦਿਨ ਹੀ ਆਪ ਜੀ ਉਸ ਬੁਖਾਰ, ਕਿਉਂਕਿ ਜਦੋਂ ਚੇਚਕ ਨਿਕਲ ਆਏ ਪਿੰਡੇ ਦੇ ਉੱਤੇ ਤੇ ਉਹਦੇ ਨਾਲ ਬੁਖਾਰ ਚੜ੍ਹਨਾ ਸੁਭਾਵਿਕ ਹੈ, ਉਹ 2 ਦਿਨ ਬੁਖਾਰ ਚੜ੍ਹਦਾ ਰਿਹਾ। ਬੜਾ ਭਿਆਨਕ ਰੂਪ ਧਾਰਨ ਕਰ ਲਿਆ ਚੇਚਕ ਨੇ। ਤੇ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਇਸ ਸਾਰੇ ਦੇ ਸਾਰੇ ਵਰਤਾਰੇ ਨੂੰ ਆਪਣੇ ਪਿੰਡੇ ਤੇ ਚੱਲਦਿਆਂ 29 ਮਾਰਚ ਸੰਨ 1664 ਨੂੰ ਸਤਿਗੁਰੂ ਸਾਹਿਬ ਮਹਾਰਾਜ ਨੂੰ ਜਦੋਂ ਗੁਰਸਿੱਖ ਸੰਗਤਾਂ ਨੇ ਪੁੱਛਿਆ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ, ਆਪ ਜੀ ਤੇ ਇਹਨਾਂ ਦੁਖੀਆਂ ਰੋਗੀਆਂ ਦੇ ਰੋਗ ਦੂਰ ਕਰਦਿਆਂ ਹੋਇਆਂ ਜੋਤੀ ਜੋਤ ਸਮਾ ਚੱਲਿਓ, ਇੰਨੀ ਛੋਟੀ ਆਯੂ ਵਿੱਚ ਸਾਨੂੰ ਕਿਹਦੇ ਲੜ ਲਾ ਚੱਲੇ ਹੋ। ਉਸ ਵੇਲੇ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਫਰਮਾਨ ਜਿਹੜਾ ਉਹ ਜਾਰੀ ਕੀਤਾ ਸੀ, ਬਾਬਾ ਬਕਾਲੇ, ਬਾਬਾ ਬਕਾਲੇ, ਭਾਵ ਇਸ਼ਾਰਾ ਸੀ ਬਾਬਾ ਬੱਸੇ ਗ੍ਰਾਮ ਬਕਾਲੇ।
ਕਿ ਗੁਰਸਿੱਖ ਸੰਗਤਾਂ ਭਾਲ ਕਰਨ। ਇਸ਼ਾਰਾ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ। 29 ਮਾਰਚ ਦੀ ਸ਼ਾਮ ਨੂੰ ਰਾਜਾ ਜੈ ਸਿੰਘ ਦੇ ਸਥਾਨ, ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਆ, ਇੱਥੇ ਇੱਕ ਉਚੇਚਾ ਦੀਵਾਨ ਸਜਿਆ, ਸ਼ਬਦ ਕੀਰਤਨ ਹੋਇਆ। ਗੁਰੂ ਜੀ ਦੇ ਆਦੇਸ਼ ਦੇ ਮੁਤਾਬਕ 100 ਰੁਪਈਏ ਦੀ ਦੇਗ ਉਸ ਵੇਲੇ ਤਿਆਰ ਕਰਕੇ ਸੰਗਤਾਂ ਵਿੱਚ ਵੰਡੀ ਗਈ। ਗਰੀਬਾਂ ਤੇ ਲੋੜਵੰਦਾਂ ਨੂੰ ਸਤਿਗੁਰੂ ਸਾਹਿਬ ਮਹਾਰਾਜ ਨੇ ਕਈ ਪ੍ਰਕਾਰ ਦੀਆਂ ਕੀਮਤੀ ਵਸਤੂਆਂ ਜਿਹੜੀਆਂ ਉਹ ਵੰਡੀਆਂ। ਤੇ ਸਾਧ ਸੰਗਤ ਜਿਹੜੇ ਦਾਤਾਂ ਲੈ ਰਹੇ ਸੀ ਨਾ, ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ, ਪਰ ਉਹ ਨਿਰਾਸ਼ ਸਨ। ਉਹਨਾਂ ਦੇ ਨੇਤਰਾਂ 'ਚ ਜਲ ਸੀ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਦਾਤਾਂ ਦੇਣ ਵਾਲੇ ਪਾਤਸ਼ਾਹ ਜੀ ਅੱਜ ਉਹਨਾਂ ਤੋਂ ਦੂਰ ਹੋ ਚੱਲੇ ਨੇ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੜੇ ਸ਼ਾਂਤ, ਅਡੋਲ ਤੇ ਦੈਵੀ ਪ੍ਰਕਾਸ਼ ਨਾਲ ਸਤਿਗੁਰੂ ਸਾਹਿਬ ਮਹਾਰਾਜ ਜੀ ਸਾਰਿਆਂ ਦੀਆਂ ਝੋਲੀਆਂ ਭਰ ਰਹੇ ਸਨ। 30 ਮਾਰਚ ਸੰਨ 1664 ਵਾਲੇ ਦਿਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਲੋਕਾਂ ਦੇ ਦੁੱਖ ਸੁੱਖ ਵਿੱਚ ਮਸੀਹਾ ਬਣਨ ਵਾਲੇ, ਸ਼ਰੀਕ ਬਣਨ ਵਾਲੇ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋ ਸਮਾ ਗਏ। ਤੇ ਆਪ ਜੀ ਦਾ ਸੰਸਕਾਰ ਪਿੰਡ ਭੋਗਲ ਦੇ ਨੇੜੇ ਜਮਨਾ ਦੇ ਕੰਢੇ ਕੀਤਾ ਗਿਆ, ਜਿੱਥੇ ਹੁਣ ਅੱਜ ਕੱਲ੍ਹ ਗੁਰਦੁਆਰਾ ਬਾਲਾ ਸਾਹਿਬ ਆ। ਤੇ ਇੱਥੇ ਹੀ ਪਾਵਨ ਪਵਿੱਤਰ ਸਥਾਨ ਤੇ ਫਿਰ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀਆਂ ਦੇ ਵੀ ਸੰਸਕਾਰ ਕੀਤੇ ਤੇ ਅੰਗੀਠੇ ਬਣੇ। ਇਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆ ਯਤਨ ਕੀਤਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਜੀਵਨ ਦੇ ਦੌਰਾਨ ਜਿਹੜੀਆਂ ਉਹਨਾਂ ਨੇ ਸਿੱਖਿਆਵਾਂ ਸਾਨੂੰ ਬਖਸ਼ਿਸ਼ ਕੀਤੀਆਂ, ਸਤਿਗੁਰੂ ਸਾਹਿਬ ਮਹਾਰਾਜ ਨੇ ਜਿਹੜੇ ਉਪਦੇਸ਼ ਦਿੱਤੇ, ਅਸੀਂ ਸਮਝੀਏ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਜੀਵਨ ਤੋਂ। ਮਸਕੀਨ ਜੀ ਦਾ ਬੜਾ ਪਿਆਰਾ ਬੋਲ ਮੈਂ ਕਹਿ ਕੇ ਤੇ ਸਮਾਪਤੀ ਕਰਾਂ। ਮਸਕੀਨ ਜੀ ਕਹਿੰਦੇ ਆ, ਜਦੋਂ ਬੱਚਾ ਤੁਹਾਡਾ ਬਹੁਤੀਆਂ ਸ਼ਰਾਰਤਾਂ ਕਰੇ, ਇਹ ਅੱਜ ਦੇ ਸਮੇਂ 'ਚ ਕੰਮ ਆਉਣ ਵਾਲੀ ਗੱਲ ਆ। ਮਸਕੀਨ ਜੀਆਂ ਦਾ ਜ਼ਿਕਰ ਮੈਂ ਕਰ ਰਿਹਾ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਕੋਈ ਬੱਚਾ ਬਹੁਤੀਆਂ ਸ਼ਰਾਰਤਾਂ ਕਰੇ, ਬੱਚੇ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ, ਜਾਂ ਉਹ ਬੜਾ ਚਿੰਤਾਤੁਰ ਰਹਿੰਦਾ ਹੈ, ਬੜਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਆ ਕੋਈ ਬੱਚਾ, ਤੇ ਮਸਕੀਨ ਜੀ ਕਹਿੰਦੇ ਸੀ ਉਸ ਵੇਲੇ ਫਿਰ ਮਾਤਾ ਪਿਤਾ ਦਾ ਫਰਜ਼ ਬਣਦਾ ਆ ਕਿ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੂੰ ਯਾਦ ਕਰਦਿਆਂ ਕਰਦਿਆਂ ਉਸ ਬਾਲ ਨੂੰ ਆਪਣੀ ਗੋਦ 'ਚ ਬਹਾ ਕੇ ਜਾਂ ਆਪਣੇ ਕੋਲ ਬਿਠਾ ਕੇ ਸ੍ਰੀ ਮੂਲ ਮੰਤਰ ਸਾਹਿਬ ਦਾ ਜਾਪ ਕੀਤਾ ਜਾਵੇ ਤੇ ਅਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨੀ ਆ। ਜਿਵੇਂ ਅਕਸਰ ਸੰਗਤ ਦੇ ਵਿੱਚ ਇਹ ਬੋਲ ਉਚਾਰੇ ਜਾਂਦੇ ਆ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ, ਸ੍ਰੀ ਹਰਿਕ੍ਰਿਸ਼ਨ ਧਿਆਈਐ। ਇਵੇਂ ਜਦੋਂ ਉਹਨੂੰ ਯਾਦ ਕਰਾਂਗੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੂੰ, ਤੇ ਕਿਉਂਕਿ ਸਤਿਗੁਰਾਂ ਦੀ ਆਪਣੀ ਆਜੂ ਅਜੇ ਜਿਹੜੀ ਉਹ ਬਾਲਪਨ ਵਾਲੀ ਸੀ, ਇਸੇ ਪ੍ਰਕਾਰ ਜਦੋਂ ਕਿਸੇ ਬੱਚੇ ਦੇ ਵਾਸਤੇ ਅਸੀਂ ਅਰਦਾਸ ਸਾਹਿਬਾਂ ਦੇ ਚਰਨਾਂ 'ਚ ਕਰਾਂਗੇ, ਤੇ ਮਸਕੀਨ ਜੀ ਕਹਿੰਦੇ ਸੀ ਮੇਰਾ ਦਾਅਵਾ ਆ, ਮੈਂ ਗੁਰੂ ਚਰਨਾਂ ਤੇ ਭਰੋਸਾ ਕਰਕੇ ਕਹਿਣਾ ਕਿ ਉਸ ਬੱਚੇ ਦੇ ਜੀਵਨ ਵਿੱਚ ਤਬਦੀਲੀ, ਖੁਸ਼ਹਾਲੀ ਜ਼ਰੂਰ ਆਵੇਗੀ। ਇਸ ਕਰਕੇ ਬਜਾਏ ਹੋਰ ਥਾਵਾਂ ਤੇ ਭਟਕਣ ਦੇ, ਸਾਨੂੰ ਬਾਹਰੋਂ ਕਿਤਿਓਂ ਕੁਝ ਪ੍ਰਾਪਤ ਕਰਨ ਦੀ ਲੋੜ ਨਹੀਂ। ਸਾਡੀਆਂ ਤਮਾਮ ਲੋੜਾਂ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਮੈਂ ਆਪ ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈਆਂ ਦਿੰਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸਾਰਿਆਂ ਦੀ ਚੜ੍ਹਦੀ